ਸੰਗਤ ਦਾ ਮੰਨਣਾ ਵੀ ਚਾਹੀਦਾ ਹੈ। ਸੋ ਚਲੋ ਆਪਾਂ ਸ਼ੁਰੂ ਕਰਦੇ ਹਾਂ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ RAM ਪਾਲੇ ਅਕਿਰਤ ਕਣਾ ਪੂਰਨ ਦ੍ਰਿਸ਼ਟ ਤੇਰੀ RAM ਪਾਲੇ ਅਕਿਰਤ ਕਣਾ ਪੂਰਨ ਦ੍ਰਿਸ਼ਟ ਤੇਰੀ RAM ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੇ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਆਓ ਭੈਣੇ ਗਲ ਮਿਲੈ ਅੰਕ ਸਹੇਲੜੀਆਂ ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਤ ਕੀਆਂ ਸਾਚੇ ਸਾਹਿਬ ਸਭ ਗੁਣ ਔਗੁਣ ਸਭ ਅਸਾਂ ਕਰਤਾ ਸਭ ਕੋ ਤੇਰੇ ਜੋਰ ਏਕ ਸ਼ਬਦ ਵਿਚਾਰੀਐ ਜਾਂ ਤੂੰ ਤਾਂ ਕਿਆ ਹੋਰ ਏਕੈ ਸ਼ਬਦ ਵਿਚਾਰੀਐ ਜਾਂ ਤੂੰ ਤਾਂ ਕਿਆ ਹੋਰ ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ ਸਹਿਜ ਸੰਤੋਖ ਸਿਗਾਰਿਆ ਮਿੱਠਾ ਬੋਲਣੀ ਪਿਰ ਰਸਾਲੂ ਤਾਂ ਮਿਲੈ ਜਾਂ ਗੁਰ ਕਾ ਸ਼ਬਦ ਸੁਣੀ ਕੇਤੀਆਂ ਤੇਰੀਆਂ ਕੁਦਰਤੀ ਕੇਵੜ ਤੇਰੀ ਦਾਤ ਕੇਤੇ ਤੇਰੇ ਜੀ ਜੰਤ ਸਿਫਤ ਕਰੈ ਦਿਨ ਰਾਤ ਕੇਤੇ ਤੇਰੇ ਰੂਪ ਰੰਗ
केते जात जात सच मिलै सुख उपजै सच मह साच समाए सुरत होए पत उगवै गुरबचनी पाओ खाए नानक सच्चा पातशाह आपे ले मिलाए नानक सच्चा पातशाह आपे ले मिलाए। ਇਹ ਸ਼ਬਦ ਸ੍ਰੀ ਰਾਗ ਮਹੱਲਾ ਪਹਿਲਾ ਹੈ। ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ। ਇਹ ਜੀ ਆਓ ਭੈਣੇ ਗਲ ਮਿਲੇ ਅੰਕ ਸਹੀ ਲੜੀਆਂ। ਕਹਿੰਦੇ ਆਓ ਸਖੀਓ ਆਪਾਂ ਰਲ ਮਿਲ ਕੇ ਬੈਠੀਏ, ਗੁਰੂ ਦੀ ਵਿਚਾਰ ਕਰੀਏ, ਉਸ ਪਰਮਾਤਮਾ ਨੂੰ ਯਾਦ ਕਰੀਏ, ਕਿਉਂਕਿ ਪਰਮਾਤਮਾ ਨੂੰ ਮਿਲਣ ਦਾ ਇੱਕੋ ਹੀ ਇੱਕ ਰਸਤਾ ਹੈ, ਉਸ ਪ੍ਰਭੂ ਦੇ ਗੁਣ ਗਾਣੇ, ਉਹਦਾ ਜਾਪ ਕਰਨਾ। ਉਹਦੇ ਬਿਨਾਂ ਤੇ ਨਾ ਵਿਸਾਰ ਕਰੇ ਰਸ ਭੋਗ, ਸੁਖ ਸੁਪਨੇ ਨਹੀਂ ਤਨ ਮੈਂ ਰੋਗ। ਜੇ ਪ੍ਰਭੂ ਦੀ ਭਗਤੀ ਦੇ ਬਿਨਾਂ, ਨਾਮ ਦੇ ਬਿਨਾਂ ਅਗਰ ਅਸੀਂ ਪਰਮਾਤਮਾ ਨੂੰ ਵਿਸਾਰ ਦਿਆਂਗੇ, ਜਿੰਨੇ ਮਰਜ਼ੀ ਸਾਨੂੰ ਸੁੱਖ ਮਿਲ ਜਾਣ, ਜਿੰਨੇ ਮਰਜ਼ੀ ਅਸੀਂ ਰਸ ਬਾਹਰਲੇ ਲੈ ਲਈਏ, ਭੋਗ ਭੋਗ ਲਈਏ, ਲੇਕਿਨ ਉਹਦੇ ਪਰਮਾਤਮਾ ਦੇ ਨਾਮ ਬਿਨਾਂ ਸਭ ਵਿਅਰਥ ਹੈ। ਰੱਬ ਦਾ ਨਾਮ ਹੀ ਜਪ ਕੇ ਸਾਡਾ ਪਾਰ ਉਤਾਰਾ ਹੋ ਸਕਦਾ ਹੈ। ਤੇ ਰੱਬ ਦਾ ਨਾਮ ਜਪਣ ਵਾਸਤੇ ਪਰਮਾਤਮਾ ਨੇ ਸਾਨੂੰ ਦੱਸਿਆ ਹੈ ਅਸੀਂ ਭਗਤੀ ਕਿਵੇਂ ਕਰਨੀ ਹੈ। ਅੰਤਰ ਗੁਰੂ ਆਰਾਧਨਾ ਜੇਵਾ ਜਪ ਗੁਰ ਨਾਮ, ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਨਣਾ ਹਰ ਨਾਮ। ਸਤਿਗੁਰ ਸੇਤੀ ਰਤਿਆਂ ਦਰਗਹਿ ਪਾਈਐ ਠਾਉ। ਅੰਤਰ ਧਿਆਨ ਹੋ ਕੇ ਅਸੀਂ ਉਸ ਪਰਮਾਤਮਾ ਦਾ ਜਾਪ ਕਰਨਾ ਹੈ। ਜੀਵ ਨਾਲ ਉਸ ਪਰਮਾਤਮਾ ਦੇ ਗੁਣ ਗਾਇਨ ਕਰਨੇ ਹੈ। ਅੰਤਰ ਗੁਰੂ ਆਰਾਧਨਾ ਜਿਹਵਾ ਜਪ ਗੁਰ ਨਾਮ। ਫਿਰ ਉਹਦੇ ਬਾਅਦ ਨੇਤਰੀ ਸਤਿਗੁਰ ਪੇਖਣਾ, ਅੱਖਾਂ ਦੇ ਨਾਲ ਅਸੀਂ ਉਸ ਪਰਮਾਤਮਾ ਨੂੰ ਵੇਖਣਾ ਹੈ, ਦੇਖਣਾ। ਤੇ ਕੰਨਾਂ ਦੇ ਨਾਲ ਸਰਵਣੀ ਸੁਣਨਾ ਹਰ ਨਾਮ, ਕੰਨਾਂ ਦੇ ਨਾਲ ਉਸ ਪਰਮਾਤਮਾ ਦਾ ਜਾਪ ਜੋ ਹੈ ਉਹ ਸੁਣਨਾ ਹੈ। ਫਿਰ ਅਸੀਂ ਉਹਦੇ ਰੰਗ ਵਿੱਚ ਰੰਗੇ ਜਾਵਾਂਗੇ ਜਦੋਂ ਅਸੀਂ ਪੂਰੇ ਧਿਆਨ ਨਾਲ ਉਸ ਪਰਮਾਤਮਾ ਦਾ ਜਾਪ ਕਰਾਂਗੇ। ਸਤਿਗੁਰ ਸੇਤੀ ਰਤਿਆਂ ਦਰਗਹਿ ਪਾਈਏ ਠਾਉ, ਤਾਂ ਉਸ ਦਰਗਾਹ ਵਿੱਚ ਪਰਮਾਤਮਾ ਦੀ ਸਾਨੂੰ ਜਗ੍ਹਾ ਮਿਲਣੀ ਹੈ, ਤਾਂ ਅਸੀਂ ਉੱਤੇ ਬੈਠਣ ਜੋਗੇ ਹੋਵਾਂਗੇ। ਤੇ ਇਸ ਵਿੱਚ ਪਰਮਾਤਮਾ ਵਾਹਿਗੁਰੂ ਜੀ, ਗੁਰੂ ਨਾਨਕ ਦੇਵ ਜੀ ਸਾਨੂੰ ਸਮਝਾ ਰਹੇ ਨੇ ਕਿ ਆਓ ਭੈਣੇ ਗਲ ਮਿਲੇ ਅੰਕ ਸਹੀ ਲੜੀਆਂ। ਸਾਰੀਆਂ ਭੈਣਾਂ ਇਕੱਠੀਆਂ ਹੋ ਕੇ ਸਾਰੇ ਕੀ ਕਰਨਾ, ਉਸ ਪਿਆਰੇ ਦੇ ਨਾਲ ਸਤਸੰਗ 'ਚ ਬੈਠ ਕੇ, ਇਕੱਠੀਆਂ ਹੋ ਕੇ, ਸੰਗਤ ਵਿੱਚ ਮਿਲ ਕੇ ਉਸ ਪ੍ਰਭੂ ਦੀਆਂ ਅਸੀਂ ਗੱਲਾਂ ਕਰਨੀਆਂ, ਉਸਦੇ ਗੁਣ ਗਾਇਨ ਕਰਨੇ ਹੈ। ਗੁਣ ਗਾਇਨ ਕਰਾਂਗੇ ਫਿਰ ਕੀ ਹੋ ਗਿਆ, ਗੁਣ ਗਾਵਤ ਤੇਰੀ ਉਤਰ ਸਮੈਲ ਬਿਨਸ ਚਾਏ ਹੋ ਮੈਂ ਵਿਖ ਫੈਲ। ਗੁਣ ਗਾਨ ਦੇ ਨਾਲ ਪਰਮਾਤਮਾ ਦੀ ਸਾਡੀ ਜਿਹੜੀ ਹਉਮੈ ਦੀ ਮੈਲ ਹੈ ਉਹ ਉਤਰ ਜਾਏਗੀ। ਗੁਣ ਗਾਵਤ ਤੇਰੀ ਉਤਰ ਸਮੈਲ, ਜਨਮਾਂ ਜਨਮਾਂਤਰਾਂ ਦੀ ਜਿਹੜੇ ਮਨ ਤੇ ਕਾਲਖ ਚੜੀ ਹੈ ਉਹ ਵਾਹਿਗੁਰੂ ਦਾ ਨਾਮ ਜਪਣ ਨਾਲ ਹੀ ਉਤਰਦੀ ਹੈ, ਉਹਦੇ ਨਾਲ ਹੀ ਉਤਰੀ ਹੈ ਪਰਮਾਤਮਾ। ਗੁਣ ਗਾਵਤ ਤੇਰੀ ਸੁਣਨਾ ਬਿਨਸ ਜਾਏ ਹੋ ਮੈਂ ਵਿਖ ਫੈਲ। ਫਿਰ ਜਿਹੜੀ ਵੀ ਮੈਲ ਹੈ, ਵਿਖ ਹੈ, ਜ਼ਹਿਰ ਹੈ, ਸਾਰਾ ਉਹ ਸਾਰਾ ਹੈ ਨਾਮ ਜਪਣ ਦੇ ਨਾਲ ਉਤਰ ਜਾਏਗਾ ਤੇ ਅਸੀਂ ਗੁਰੂ ਦੇ ਲੜ ਲੱਗ ਸਕਾਂਗੇ। ਗੁਣ ਗਾਵਤ ਤੇਰੀ ਰਸਨਾ ਬਿਨ ਜਾਏ ਹੋ ਮੈਂ ਵਿਖ ਫੈਲ।
ਇਸ ਲਈ ਸਾਨੂੰ ਉਹਦੇ ਵਿੱਚ ਕੀ ਕਰਨਾ, ਸੰਗਤ ਬਹੁਤ ਜ਼ਰੂਰੀ ਹੈ। ਸੰਗਤ ਦੇ ਵਿੱਚ ਆਪਾਂ ਬੈਠਾਂਗੇ ਤਾਂ ਹੀ ਸਾਨੂੰ, ਜਿੰਨੀ ਵੱਧ ਤੋਂ ਵੱਧ ਸੰਗਤ ਕਰਾਂਗੇ, ਓਨੀ ਵੱਧ ਤੋਂ ਵੱਧ ਸਾਡੇ ਜੋ ਹੈ ਮਨ ਤੇ ਮੈਲ ਜੋ ਹੈ ਉਤਰੇਗੀ। ਆਵੋ ਭੈਣੇ ਗਲ ਮਿਲਿਆ ਅੰਕ ਸਹੇਲੜੀਆਂ, ਮਿਲ ਕੇ ਕਰੇ ਕਹਾਣੀਆਂ, ਸਮਰੱਥ ਕੰਤ ਕੇ ਉਸ ਪ੍ਰਮਾਤਮਾ ਦੇ ਗੁਣ ਗਾਈਏ, ਤਾਂ ਕਿ ਅਸੀਂ ਉਸ ਪ੍ਰਮਾਤਮਾ ਨਾਲ ਸਾਡਾ ਮੇਲ ਹੋ ਸਕੇ। ਸਾਚੇ ਸਾਹਿਬ ਸਭ ਗੁਣ, ਉਸ ਪ੍ਰਮਾਤਮਾ ਦੇ ਸਾਰੇ ਹੀ ਗੁਣ ਨੇ। ਉਹ ਗੁਣ ਉਹ ਤੇ ਗੁਣਾਂ ਦਾ ਭਰਿਆ ਆ। ਉਹਦੇ ਗੁਣਾਂ ਨੂੰ ਅਸੀਂ ਬੇਅੰਤ ਬੇਅੰਤ ਗੁਣ ਨੇ, ਉਹਨਾਂ ਦਾ ਅਸੀਂ ਵਿਖਿਆਨ ਨਹੀਂ ਕਰ ਸਕਦੇ। ਲੇਕਿਨ ਜਿੰਨੇ ਵੀ ਅਵਗੁਣ ਨੇ ਉਹ ਸਾਡੇ ਸਭ ਅਵਗੁਣਮय ਗੁਣ ਨੇ, ਸਾਡਿਆਂ 'ਚ ਸਾਰੇ ਹੀ ਅਵਗੁਣ ਨੇ, ਸਾਡੇ 'ਚ ਕੋਈ ਗੁਣ ਹੈ ਹੀ ਨਹੀਂ। ਤੇ ਉਹ ਸਦਾ ਹੀ ਸਥਿਰ ਰਹਿਣ ਵਾਲਾ ਪ੍ਰਮਾਤਮਾ ਹੈ, ਉਹਦੇ ਸਾਰੇ ਹੀ ਗੁਣ ਨੇ। ਲੇਕਿਨ ਉਹਦੇ ਤੋਂ ਅਗਰ ਵਿਛੜ ਜਾਈਏ ਤਾਂ ਸਾਰੇ ਅਵਗੁਣ ਸਾਡੇ ਵਿੱਚ ਆ ਜਾਣਗੇ। ਅਸੀਂ ਉਸ ਦੇ ਗੁਣਾਂ ਦਾ ਗਾਨ ਕਰਕੇ, ਪ੍ਰਮਾਤਮਾ ਦੇ ਗੁਣਾਂ ਦਾ ਗਾਨ ਕਰਕੇ, ਤਾਂ ਹੀ ਪ੍ਰਮਾਤਮਾ ਦੇ ਗੁਣ ਸਾਡੇ ਵਿੱਚ ਆਉਣਗੇ। ਕਰਤਾ ਸਭ ਕੋ ਤੇਰੇ ਜੋਰ, ਉਹ ਪ੍ਰਮਾਤਮਾ ਹੈ। ਏਕ ਸ਼ਬਦ ਵਿਚਾਰੀਏ ਜਾਂ ਤੂੰ ਤਾਂ ਕਿਆ ਹੋਰ। ਉਹ ਪ੍ਰਮਾਤਮਾ ਅਕਾਲ ਪੁਰਖ, ਹਰ ਇੱਕ ਜੀਵ ਜੋ ਹੈ, ਜਿੰਨੇ ਵੀ ਜੀਵ ਜੰਤੂ ਹੈ, ਸਭ ਉਹਦੇ ਹੁਕਮ ਵਿੱਚ ਚੱਲਦੇ। ਉਹਦਾ ਪ੍ਰਮਾਤਮਾ, ਇੱਕ ਪ੍ਰਮਾਤਮਾ ਦਾ ਹੀ ਹੁਕਮ ਚੱਲਦਾ ਹੈ। ਉਸ ਦੇ ਬਿਨਾਂ ਕੋਈ ਹੋਰ ਦੂਸਰਾ ਨਹੀਂ ਹੈ। ਉਹਦਾ ਹੀ ਹੁਕਮ ਚੱਲਦਾ ਹੈ ਤੇ ਉਹਦੇ ਹੁਕਮ ਵਿੱਚ ਹੀ ਅਸੀਂ ਜੀਵ ਜੋ ਹੈ ਤੁਰਦੇ ਹਾਂ। ਉਹਦੀ ਸਿਫਤ ਸਲਾਹ, ਉਹਦੀ ਬਾਣੀ ਨੂੰ ਅਸੀਂ ਵਿਚਾਰਦੇ ਹਾਂ। ਲੇਕਿਨ ਕਦੋਂ ਵਿਚਾਰਾਂਗੇ? ਜਦੋਂ ਸਾਨੂੰ ਸਮਝ ਪੈ ਜਾਏਗੀ। ਏਕ ਸ਼ਬਦ ਵਿਚਾਰੀਏ, ਉਸ ਪ੍ਰਮਾਤਮਾ ਦੇ ਸ਼ਬਦ ਨੂੰ ਵਿਚਾਰ ਕਰਾਂਗੇ। ਫਿਰ ਸੰਗਤ ਵਿੱਚ ਬੈਠ ਕੇ ਕਦੋਂ, ਜਾਂ ਤੂੰ ਤਾਂ ਕਿਆ ਹੋਰ। ਉਸ ਪ੍ਰਮਾਤਮਾ ਦੀ ਜਦੋਂ ਸਾਨੂੰ ਸਮਝ ਪੈ ਜਾਊਗੀ, ਤਾਂ ਹੀ ਅਸੀਂ ਉਸਦੀ ਗੁਣ ਗਾਇਨ ਕਰ ਸਕਦੇ ਹਾਂ। ਜਦੋਂ ਉਹਦਾ ਹੱਥ ਸਾਡੇ ਸਿਰ ਤੇ ਹੋਏਗਾ ਪ੍ਰਮਾਤਮਾ ਦਾ, ਫਿਰ ਦੂਸਰਾ ਕੋਈ ਵੀ ਸਾਡਾ ਕੁਛ ਵਿਗਾੜ ਨਹੀਂ ਸਕਦਾ। ਕੋਈ ਵੀ ਕੁਛ ਨਹੀਂ ਕਰ ਸਕਦਾ। ਜਿਸਦਾ ਸਾਹਿਬ ਡਾਢਾ ਹੋਏ, ਇਸਨੂੰ ਮਾਰ ਨਾ ਸਕੈ ਕੋਈ। ਉਹ ਪ੍ਰਮਾਤਮਾ ਬੜਾ ਬੇਅੰਤ ਹੈ। ਜਿਸ ਦੇ ਉੱਤੇ ਉਹ ਆਪਣੀ ਮਿਹਰ ਕਰ ਦਿੰਦਾ ਹੈ, ਉਹਦੇ ਸਾਰੇ ਹੀ ਕਾਰਜ ਸਵਾਰ ਦਿੰਦਾ ਹੈ। ਆਓ ਭੈਣੇ ਰਲ ਮਿਲੋ ਅੰਕ ਸਹੇਲੜੀਆਂ, ਕਹਿੰਦੇ ਜਦੋਂ ਇਹਦੇ ਉੱਤੇ ਮੈਨੂੰ ਇੱਕ ਯਾਦ ਆ ਗਈ, ਸੈਨ ਭਗਤ ਦੀ ਸਾਖੀ। ਉਹਦੇ ਵਿੱਚ ਹੈਗਾ ਕਿ ਆਏ ਸੰਤ ਪ੍ਰਾਹੁਣੇ, ਕੀਰਤਨ ਹੋਆ ਰਹਿਣ ਸਬਾਈ, ਛੱਡ ਨਾ ਸਕੇ ਸੰਤ ਜਨ, ਰਾਜ ਦਰਬਾਰ ਨਾ ਸੇਵ ਕਮਾਈ। ਪਰਮਾਨੰਦ ਜੀ ਹੋਏ ਨੇ ਜਿਹੜੇ, ਉਹਨਾਂ ਦੇ ਇੱਕ ਭਗਤ ਕਬੀਰ ਜੀ ਸੀ, ਤੇ ਦੂਸਰੇ ਭਗਤ ਸੈਨ ਭਗਤ ਜੀ ਹਨ, ਰਾਮਾਨੰਦ ਜੀ ਦੇ। ਇਹ ਜਿਹੜੇ ਸੈਨ ਭਗਤ ਸੀ, ਉਹ ਦਿਨ ਦੇ ਟਾਈਮ ਤਾਂ ਪ੍ਰਭੂ ਦੀ, ਰਾਤ ਦੇ ਟਾਈਮ ਪ੍ਰਭੂ ਦੀ ਭਗਤੀ ਕਰਦੇ ਸੀ, ਤੇ ਦਿਨ ਦੇ ਸਮੇਂ ਉਹ ਰਾਜੇ ਦੇ ਮਹਿਲ ਜਾ ਕੇ ਰਾਜੇ ਦੀ ਮੁੱਠੀ ਚਾਪੀ ਕਰਿਆ ਕਰਦੇ ਸਨ। ਸੁਨ ਪ੍ਰਤਾਪ ਕਬੀਰ ਕਾ, ਦੂਜਾ ਸਿੱਖ ਹੋਆ ਸੈਨ ਲਾਈ। ਜਦੋਂ ਰਾਮਾਨੰਦ ਜੀ ਦਾ ਕਬੀਰ ਭਗਤ ਹੋਏ ਹਨ, ਜਦੋਂ ਉਹਨਾਂ ਦਾ ਪ੍ਰਤਾਪ ਸੁਣਿਆ ਕਬੀਰ ਜੀ ਦਾ, ਉਹਦਾ ਪ੍ਰਤਾਪ ਸੁਣ ਕੇ ਦੂਜਾ ਸਿੱਖ ਵੀ ਸੈਨ ਭਗਤ ਹੈ ਜਿਹੜਾ ਉਹ ਨਾਈ ਸੀ, ਉਹ ਉਹਨਾਂ ਦਾ ਗੁਰੂ ਦਾ ਭਗਤ ਬਣ ਗਿਆ, ਉਹਨਾਂ ਦਾ ਰਾਮਾਨੰਦ ਜੀ ਦਾ। ਉਹ ਕੀ ਕਰਦੇ ਸੀ? ਪ੍ਰੇਮ ਭਗਤ ਰਾਤੀ ਕਰੇ ਭਲਕੇ ਰਾਜ ਦੁਆਰੇ ਜਾਈ। ਰਾਤ ਨੂੰ ਤਾਂ ਭਗਤੀ ਕਰਦਾ ਸੀ, ਰੱਬ ਵਿੱਚ ਲੀਨ ਲੈਂਦਾ ਸੀ, ਤੇ ਦਿਨ ਦੇ ਟਾਈਮ ਉਹ ਜਾ ਕੇ ਰਾਜੇ ਦੇ ਮਹਿਲ ਜਾਂਦਾ ਸੀ, ਉਹਨਾਂ ਦੀ ਸੇਵਾ ਕਰਦਾ ਸੀ, ਉਹਨਾਂ ਦੀ ਮੁੱਠੀ ਚਾਪੀ ਕਰਦਾ ਸੀ, ਕਿਉਂਕਿ ਰਾਜਾ ਦਾ ਸਰੀਰ ਜੋ ਠੀਕ ਨਹੀਂ ਰਹਿੰਦਾ ਸੀ।
ਇੱਕ ਦਿਨ ਐਸਾ ਹੋਇਆ, ਕੀ ਹੋਇਆ, ਆਏ ਸੰਤ ਪਰਾਉਣੇ, ਕੀਰਤਨ ਹੋ ਆ ਰੈਣ ਸਵਾਈ। ਹੁਣ ਘਰ ਵਿੱਚ ਸਾਧੂਆਂ ਦੀ ਮੰਡਲੀ ਆ ਗਈ, ਸੰਤ ਜਨ ਆ ਗਏ। ਸਾਰੀ ਰਾਤ ਬੈਠੇ ਰਹੇ, ਕਥਾ ਕੀਰਤਨ ਪ੍ਰਭੂ ਦਾ ਗੁਣਗਾਨ ਕਰਦੇ ਰਹੇ, ਨਾਮ ਜਪਦੇ ਰਹੇ, ਵਾਹਿਗੁਰੂ 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 ਵਾਹਿਗੁਰੂ। ਸਾਰੀ ਰਾਤ ਉਸ ਪ੍ਰਮਾਤਮਾ ਦੇ ਗੁਣ ਗਾਣ ਕੀਤੇ, ਨਾਮ ਜਪਿਆ। ਹੁਣ ਭਗਤੀ ਨੂੰ ਛੱਡ ਕੇ ਉਹ ਰਾਜਦੁਆਰ, ਦਿਨ ਚੜ ਗਿਆ, ਭਗਤੀ ਨੂੰ ਛੱਡ ਕੇ ਰਾਜਦੁਆਰ ਨਾ ਜਾ ਪਾਏ। ਛੱਡ ਨਾ ਸਕੇ ਸੰਤ ਜਨ ਰਾਜਦੁਆਰ, ਨਾ ਸੇਵ ਕਮਾਈ। ਭਗਤੀ ਵਿੱਚ ਐਸੇ ਲੀਨ ਹੋ ਗਏ ਕਿ ਉਹ ਸੰਤਾਂ ਨੂੰ ਛੱਡ ਕੇ ਜਾ ਨਹੀਂ ਸਕਦੇ ਜੀ, ਘਰ 'ਚ ਪ੍ਰਾਹੁਣੇ ਆਏ ਹੋਏ ਨੇ, ਸੰਤ ਸਾਧੂ ਜਨ ਆਏ ਹੋਏ ਨੇ। ਪਰਮਾਤਮਾ ਨੇ ਦੇਖਿਆ ਵੀ ਇਹ ਤੇ ਆਪਣੀ ਭਗਤੀ ਵਿੱਚ ਲੀਨ ਹੈ, ਸੈਨ ਭਗਤ, ਤੇ ਰਾਜੇ ਦੀ ਅਗਰ ਇਹਨੇ ਜਾ ਕੇ ਮੁੱਠੀ ਚਾਪੀ ਨਹੀਂ ਕੀਤੀ, ਉਹਦੀ ਸੇਵਾ ਨਹੀਂ ਕੀਤੀ, ਤੇ ਰਾਜੇ ਨੇ ਇਹਨੂੰ ਕੱਢ ਦੇਣਾ ਹੈ। ਡਾਂਟ ਵੀ ਪੈਣੀ ਹੈ, ਝਿੜਕਾਂ ਵੀ ਪੈਣੀਆਂ। ਤੇ ਰਾਜਾ ਹੋਇਆ ਜੋ ਮਰਜ਼ੀ ਉਹਨੂੰ ਕਵੇ। ਤੇ ਇਹ ਮੇਰੀ ਭਗਤੀ ਕਰਦਾ ਪਿਆ ਹੈ, ਤੇ ਮੈਂ ਇਹਨੂੰ, ਇਹਦੀ ਜਗ੍ਹਾ ਉਹ ਪ੍ਰਮਾਤਮਾ ਨੇ ਕੀ ਕੀਤਾ, ਆਪ ਸੈਨ ਭਗਤ ਦਾ ਰੂਪ ਧਾਰਨ ਕੀਤਾ, ਤੇ ਰਾਜ ਦਰਬਾਰ ਵਿੱਚ ਸਮੇਂ ਸਿਰ ਪਹੁੰਚ ਗਏ। ਮਹਾਰਾਜ ਆਪ ਭਗਤ ਸੈਨ ਦਾ ਰੂਪ ਧਾਰ ਕੇ ਛੱਡ ਨਾ ਸਕੇ ਭਗਤ ਜਨ ਰਾਜਦੁਆਰ, ਨਾ ਸਿਰ ਕਮਾਈ, ਸੈਨ ਰੂਪ ਹਰ ਜਾਏ ਕੈ ਆਇਆ ਰਾਣੇ ਨੂੰ ਰਜਾਈ। ਉਹਦਾ ਰੂਪ ਧਾਰਨ ਕਰਕੇ ਸੈਨ ਭਗਤ ਦਾ ਰਾਣੇ ਦੀ, ਰਾਜੇ ਦੀ ਮੁੱਠੀ ਚਾਪੀ ਕਰਨ ਗਿਆ, ਉਹਦੀ ਸੇਵਾ ਕੀਤੀ, ਰਾਜੇ ਨੂੰ ਖੁਸ਼ ਕਰਤਾ। ਰਾਜਾ ਬਹੁਤ ਖੁਸ਼ ਹੋਇਆ, ਮੁੱਠੀ ਚਾਪੀ ਕਰਕੇ ਪਰਮਾਤਮਾ ਵਾਪਸ ਆ ਗਏ। ਉਧਰੋਂ ਭਗਤੀ ਕਰਦਾ ਕਰਦਾ ਜਦੋਂ ਸੈਨ ਭਗਤ ਸੀ, ਦਿਨ ਚੜ ਗਿਆ, ਸਾਧ ਜਨਾਂ ਨੂੰ ਵਿਦਾ ਕਰ ਰਾਜ ਦੁਆਰ ਗਿਆ ਸ਼ਰਮਾਈ। ਫਿਰ ਉਹ ਸਾਧਾਂ ਦੀ ਭਗਤੀ, ਸਾਧੂਆਂ ਨਾਲ ਜੋ ਕਰ ਰਹੀ ਸੀ ਭਗਤੀ, ਜਦੋਂ ਸਭਾ ਸਮਾਪਤ ਹੋ ਗਈ, ਸਭ ਭਗਤ ਜਨ ਸੰਤ ਜਨ ਆਪਣੇ ਘਰਾਂ ਨੂੰ ਵਿਦਾ ਹੋ ਗਏ, ਤਾਂ ਹੁਣ ਉਹਨੂੰ ਚੇਤਾ ਆਇਆ ਕਿ ਮੈਂ ਰਾਜ ਦਰਬਾਰ ਜਾਣਾ ਹੈ, ਮੁੱਠੀ ਚਾਪੀ ਕਰਨੀ ਹੈ, ਪਰ ਮੈਨੂੰ ਤੇ ਬਹੁਤ ਲੇਟ ਹੋ ਗਿਆ ਹੈ। ਤੇ ਉਹ ਬੜੀ ਸ਼ਰਮਾਂਦਾ ਹੋਇਆ, ਬਈ ਡਰਦਾ ਹੋਇਆ, ਉਹ ਰਾਜੇ ਦੇ ਦਰਬਾਰ ਵਿੱਚ ਪਹੁੰਚ ਗਿਆ। ਸੰਤ ਜਨਾਂ ਨੂੰ ਵਿਦਾ ਕਰ ਰਾਜ ਦੁਆਰ ਗਿਆ ਸ਼ਰਮਾਈ। ਫਿਰ ਜਦੋਂ ਰਾਜੇ ਨੇ ਦੇਖਿਆ ਇਹ ਸੈਨ ਭਗਤ ਅੱਜ ਦੁਬਾਰਾ ਕਿਉਂ ਵਾਪਿਸ ਆ ਰਿਹਾ ਮੇਰੇ ਮੇਰੇ ਕੋਲ, ਵੀ ਇਹ ਮੁੱਠੀ ਚਾਬੀ ਤਾਂ ਕਰਕੇ ਕੋਈ ਚਲਾ ਗਿਆ। ਫਿਰ ਉਹਨੇ ਉਹਨੂੰ ਬੁਲਾਇਆ, ਸੈਨ ਰਾਣੇ ਦੂਰੋਂ ਸੱਦ ਕੇ, ਰਾਜੇ ਨੇ ਉਹਨੂੰ ਦੂਰੋਂ ਦੇਖ ਲਿਆ ਆਂਦਾ ਹੋਇਆ, ਉਹਨੂੰ ਬੁਲਾਇਆ, ਗਲੋਂ ਕਵਾਏ ਖੋਲ ਪਹਿਨਾਈ। ਉਹਨੂੰ ਬੁਲਾ ਕੇ ਆਪਣੇ ਕੋਲ ਆਪਣੇ ਗਲ ਦੀ ਜਿਹੜੀ ਪੁਸ਼ਾਕ ਸੀ ਰਾਜੇ ਦੀ, ਉਹ ਲਾ ਕੇ ਸੈਨ ਭਗਤ ਦੇ ਗਲ ਵਿੱਚ ਪਾ ਦਿੱਤੀ। ਸੈਨ ਭਗਤ ਹੈਰਾਨ, ਭਈ ਮੈਂ, ਉਹ ਕਹਿੰਦਾ ਅੱਜ ਤੇ ਤੂੰ ਮੇਰੀ ਇੰਨੀ ਸੇਵਾ ਕੀਤੀ, ਇੰਨੀ ਮੇਰੀ, ਮੈਂ ਤੇਰੇ ਕੋਲ ਖੁਸ਼ੀ ਬਹੁਤ ਹੋ ਗਿਆ ਹੈ, ਅੱਜ ਮੇਰਾ ਸਰੀਰ ਬਿਲਕੁਲ ਤੰਦਰੁਸਤ ਹੋ ਗਿਆ ਹੈ, ਤੇ ਮੈਂ ਤੇਰੇ ਤੋਂ ਬਹੁਤ ਖੁਸ਼ ਹਾਂ, ਮੈਂ ਤੈਨੂੰ ਆਪਣਾ ਸਾਰਾ ਰਾਜ ਦਰਬਾਰ ਹੀ ਦੇ ਦੇਣਾ। ਲੇਕਿਨ ਉਹ ਹੈਰਾਨ ਸੈਨ ਭਗਤ ਜੀ ਕਿ ਮੈਂ ਤੇ ਆਇਆ ਹੀ ਨਹੀਂ, ਮੈਂ ਸਾਰੀ ਰਾਤ ਸੰਗਤਾਂ ਦੀ ਸੇਵਾ ਕਰਦਾ ਰਿਹਾ, ਸਾਧੂ ਸੰਤਾਂ ਮਹਾਤਮਾ ਦੀ। ਫਿਰ ਉਹਨੂੰ ਸਮਝ ਆਈ ਕਿ ਪਰਮਾਤਮਾ ਆਪ ਹੀ ਮੇਰਾ ਰੂਪ ਧਾਰਨ ਕਰਕੇ ਇਹਦੀ ਮੁੱਠੀ ਚਾਪੀ ਕਰਕੇ ਗਿਆ। ਵਸ ਕੀਤਾ ਹੋ ਤੂੰ ਦਾਦਾ, ਰਾਜਾ ਕਹਿੰਦਾ ਕਿ ਤੂੰ ਆਪਣੀ ਪੁਸ਼ਾਕ ਉਹਦੇ ਗਲ ਚ ਪਵਾਤੀ, ਤੇ ਕਹਿੰਦਾ ਤੂੰ ਤੇ ਅੱਜ ਮੈਨੂੰ ਆਪਣੇ ਵਸ ਹੀ ਕਰ ਲਿਆ ਹੈ। ਵਸ ਕੀਤਾ ਹੋ ਤੂੰ ਅੱਜ ਮੈਨੂੰ ਆਪਣੇ ਵਸ ਚ ਕਰ ਲਿਆ ਹੈ, ਤੂੰ ਮੈਨੂੰ ਇੰਨੀ ਮੇਰੀ ਇੰਨੀ ਮੁੱਠੀ ਅੱਜ ਸੇਵਾ ਕੀਤੀ ਹੈ, ਨੇਚੀ ਚ ਮੇਰੀ ਚਾਕਰੀ ਕੀਤੀ ਹੈ। ਬੋਲੇ ਰਾਜ ਸੁਣੇ ਲੋਕਾਈ। ਇਹ ਸਾਰਾ ਜੋ ਰਾਜਾ ਬੋਲੀ ਜਾਂਦਾ ਸੀ, ਸਾਰੇ ਬਾਕੀ ਦਰਬਾਰੀ ਵੀ ਹੁੰਦੇ ਆ ਉੱਥੇ, ਹੋਰ ਨੌਕਰ ਚਾਕਰ ਵੀ, ਸਾਰੇ ਹੀ ਇਸ ਗੱਲ ਨੂੰ ਬੜੇ ਧਿਆਨ ਨਾਲ ਸੁਣ ਰਹੇ ਸੀ। ਕਿਉਂਕਿ ਭਗਤ ਜਿਹੜੇ ਜਨ ਹੁੰਦੇ ਆ, ਉਹਨਾਂ ਦੀ ਭਗਤ ਕਰੇ ਪ੍ਰਗਟ ਕਰੇ ਭਗਤ ਵਡਿਆਈ, ਤੇ ਭਗਤਾਂ ਦੀ ਵਡਿਆਈ ਪ੍ਰਮਾਤਮਾ ਆਪੇ ਹੀ ਪ੍ਰਗਟ ਕਰਦਾ, ਭਗਤਾਂ ਨੂੰ ਕਰਨ ਦੀ ਲੋੜ ਨਹੀਂ ਹੁੰਦੀ। ਤੇ
ਇਸ ਤਰ੍ਹਾਂ ਜੋ ਪ੍ਰਮਾਤਮਾ ਦੀ ਭਗਤੀ ਕਰਦੇ ਹਨ, ਪ੍ਰਮਾਤਮਾ ਉਹਨਾਂ ਦੇ ਕਾਰਜ ਆਪਣੇ ਆਪ ਹੀ ਆ ਕੇ ਸਵਾਰ ਦਿੰਦਾ ਹੈ। ਇਤਨਾ ਮਿਹਰਬਾਨ ਹੈ ਪ੍ਰਮਾਤਮਾ, ਉਹਦਾ ਆਪ ਰੂਪ ਧਾਰਨ ਕਰ ਲੈਂਦਾ ਹੈ ਆਪਣੇ ਭਗਤਾਂ ਦਾ, ਆਪਣੇ ਭਗਤਾਂ ਨੂੰ ਆਂਚ ਨਹੀਂ ਆਉਣ ਦਿੰਦਾ। ऐसा मेरा प्रभु परमात्मा है, ऐसी ਉਹਦੀ ਸਿਫਤ ਹੈ, ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ। ਉਹਦੇ ਹੁਕਮ ਵਿੱਚ ਪ੍ਰਮਾਤਮਾ ਦੇ ਸਭ ਚੱਲਦੇ ਆ, ਲੇਕਿਨ ਭਗਤ ਜਨਾਂ ਦੇ ਹੁਕਮ ਵਿੱਚ ਪ੍ਰਮਾਤਮਾ ਵੱਧ ਜਾਂਦਾ ਹੈ। ਉਹਦੇ ਹੁਕਮ ਵਿੱਚ ਪ੍ਰਮਾਤਮਾ ਆਪ ਵੱਧ ਜਾਂਦਾ ਹੈ, ਭਗਤਾਂ ਦੀ ਫਿਰ ਆਪ ਸੇਵਾ ਕਰਦਾ ਹੈ। ਫਿਰ ਉਹ ਜਦੋਂ ਆਓ ਭੈਣੇ ਰਲ ਮਿਲਿਆ ਅੰਕ ਸੀਰੇ ਮਿਲ ਕੇ ਕਥੇ ਕਰੇ ਕਹਾਣੀਆਂ ਸਮਰੱਥ ਕੰਤ ਕੀਆਂ। ਫਿਰ ਸਖੀਆਂ ਪੁੱਛਦੀਆਂ ਨੇ ਜਾ ਕੇ, ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ। ਸੁਹਾਗਣਾ ਨੂੰ ਜਾ ਕੇ ਪੁੱਛਦੀਆਂ ਨੇ ਸਖੀਆਂ ਸਹੇਲੀਆਂ ਕਿ ਤੂੰ ਪਰਮਾਤਮਾ ਨੂੰ ਕਿਸ ਤਰ੍ਹਾਂ ਰਜਾਇਆ ਹੈ, ਕਿਸ ਤਰ੍ਹਾਂ ਤੂੰ ਪਰਮਾਤਮਾ ਦੀ ਭਗਤੀ ਕੀਤੀ ਹੈ, ਸਾਨੂੰ ਵੀ ਦੱਸ। ਅੱਗੋਂ ਉਹ ਆਪਣੇ ਸੰਗੀ ਸਾਥਣਾਂ ਨੂੰ ਸਾਰੇ ਪੁੱਛਦੇ ਨੇ ਇਸ ਦਿਨ ਕਿ ਤੁਸੀਂ ਕਿਸ ਤਰ੍ਹਾਂ ਪਰਮਾਤਮਾ ਨੂੰ ਹਾਸਲ ਕੀਤਾ ਹੈ, ਤੁਸੀਂ ਰਾਵਿਆ ਕਿੰਨੀ ਗੁਣੀ। ਅੱਗੋਂ ਇਹ ਪਰਮਾਤਮਾ ਦੀ ਜਿਹੜੀ ਬਾਣੀ ਹੈ, ਪਹਿਲੇ ਕੁਐਸਚਨ ਦਾ ਉਹਦਾ ਆਨਸਰ ਵੀ ਫਿਰ ਨਾਲ ਹੀ ਹੁੰਦਾ ਹੈ, ਤੇ ਉਹਦੇ ਜਵਾਬ ਵਿੱਚ ਕੀ ਉੱਤਰ ਮਿਲਦਾ ਹੈ, ਸਹਿਜ ਸੰਤੋਖ ਸਿੰਗਾਰਿਆ ਮਿੱਠਾ ਬੋਲਣੀ। ਤੇ ਉਸ ਪਰਮਾਤਮਾ ਦੇ ਨਾਲ ਸਹਿਜ ਔਰ ਸੰਤੋਖ ਕਿਵੇਂ ਮਿਲੇਗਾ ਪਰਮਾਤਮਾ ਸਾਨੂੰ, ਕਿ ਉਹ ਅਡੋਲਤਾ ਨਾਲ, ਸੰਤੋਖ ਨਾਲ ਅਤੇ ਮਿੱਠੇ ਬੋਲਾਂ ਨਾਲ ਸ਼ਿੰਗਾਰਿਆ ਸੀ ਪਰਮਾਤਮਾ ਨੂੰ, ਤਾਂ ਸਾਨੂੰ ਪਰਮਾਤਮਾ ਜਦ ਮਿਲਿਆ। ਉਹ ਇੱਕ ਹੋਰ ਸ਼ਬਦ ਮੈਨੂੰ ਤੁਕਾਂ ਯਾਦ ਆ ਗਈਆਂ, ਲਾਲਨ ਰਾਵਿਆ ਕਵਨ ਗਤੇਰੀ ਸਖੀ ਬਤਾਓ ਮੁਝੇ ਮਤੇਰੀ। ਸਖੀਆਂ ਜਾ ਕੇ ਪੁੱਛਦੀਆਂ ਨੇ, ਬਾਬੇ ਦੀ ਬਾਣੀ ਬੇਅੰਤ ਹੈ, ਬਹੁਤ ਸ਼ਬਦ ਇਸ ਤਰ੍ਹਾਂ ਦੇ ਮਿਲ ਜਾਂਦੇ ਮਿਲਦੇ ਜੁਲਦੇ। ਉਹ ਕਹਿੰਦੇ ਤੁਸੀਂ ਪਰਮਾਤਮਾ ਨੂੰ ਕਿਸ ਤਰ੍ਹਾਂ ਰਾਵਿਆ, ਕਿਸ ਤਰ੍ਹਾਂ ਤੁਸੀਂ ਪਰਮਾਤਮਾ ਦੀ ਭਗਤੀ ਕਰਕੇ ਕਿਸ ਤਰ੍ਹਾਂ ਤੁਸੀਂ ਪਰਮਾਤਮਾ ਨੂੰ ਆਪਣੇ ਵਾਸ ਕੀਤਾ ਹੈ, ਸਾਨੂੰ ਵੀ ਦੱਸੋ। ਹੈ ਉਹਦੇ ਵਿੱਚ ਫਿਰ ਪਰਮਾਤਮਾ ਇਹ ਜਵਾਬ ਦਿੰਦੇ ਨੇ, ਕਵਨ ਸੁਅੱਖਰ ਖਵਨ ਗੁਣ ਕਵਨ ਸੁ ਮਣਿਆ ਮੰਤ। ਵੀ ਕਿਹੜੇ ਕਿਹੜੇ ਤੂੰ ਬੋਲ ਬੋਲਦੀ ਹੈ, ਔਰ ਕਿਹੜੇ ਕਿਹੜੇ ਤੇਰੇ ਵਿੱਚ ਗੁਣ ਨੇ, ਤੇ ਕਿਹੜੇ ਗੁਣਾਂ ਨਾਲ ਤੁਸੀਂ ਪਰਮਾਤਮਾ ਨੂੰ ਆਪਣੇ ਵੱਸ ਕੀਤਾ ਹੈ। ਜਵਾਬ ਵਿੱਚ ਅਗਲੀ ਤੁਕ ਜਵਾਬ ਮਿਲਦਾ ਹੈ, ਨਿਮਨ ਸੁਅੱਖਰ ਖਵਨ ਗੁਣ ਜੇਬਾ ਮਣੀਆ ਮੰਤ। ਇਹ ਤਰੇ ਪਾਣੇ ਵੇਸ ਕਰ ਤਾਂ ਵਾਸਾ ਵੀ ਕੰਤ। ਕਿ ਸਾਨੂੰ ਨਿਵਣਾ ਪੈਣਾ, ਨੀਵਾਂ ਨੀਵਾਂ ਹੋਣਾ ਪੈਣਾ, ਤੇ ਨਿਵਨ ਸੁਅੱਖਰ ਖਵਨ ਗੁਣ ਪਰਮਾਤਮਾ ਦੇ ਗੁਣਾਂ ਨੂੰ ਧਾਰਨ ਕਰਨਾ ਪੈਣਾ ਹੈ, ਤੇ ਜੀਭ ਤੋਂ ਸਾਨੂੰ ਹਮੇਸ਼ਾ ਮਿੱਠਾ ਪਿਆਰ ਨਾਲ ਬੋਲਣਾ ਪੈਣਾ। ਇਹ ਜੋ ਤਿੰਨੋਂ ਗੁਣ ਸਾਡੇ ਧਾਰਨ ਕਰਾਂਗੇ ਤਾਂ ਪਰਮਾਤਮਾ ਸਾਡੇ ਵੱਸ ਹੋ ਜਾਂਦਾ ਹੈ। ਇਹਦੇ ਜਾਏ ਪੁੱਛੋ ਸੁਹਾਗਣੀ ਤੂੰ ਰਾਵਿਆ ਕਿੰਨੀ ਗੁਣੀ, ਸਹਿਜ ਸੰਤੋਖ ਸਿਗਾਰਿਆ ਮਿੱਠਾ ਬੋਲਣੀ। ਕਿ ਸਹਿਜ ਨਾਲ, ਸੰਤੋਖ ਨਾਲ ਮੈਂ ਉਸ ਪਰਮਾਤਮਾ ਨੂੰ ਸ਼ਿੰਗਾਰਿਆ, ਤੇ ਮਿੱਠੇ ਬੋਲ 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 ਕੇ। ਆਪਾਂ ਇਸ ਦੇ ਉਲਟ ਆਪਾਂ ਦੁਨੀਆਦਾਰੀ ਦੇ ਵਿੱਚ ਵੀ ਅਗਰ ਕਿਸੇ ਨੂੰ ਗੁੱਸੇ ਨਾਲ ਬੋਲਾਂਗੇ ਤਾਂ ਕੋਈ ਗੱਲ ਨਹੀਂ ਕਰਦਾ ਢੰਗ ਨਾਲ। ਜੇ ਕਿਸੇ ਨੂੰ ਆਪਣਾ ਮਿੱਤਰ ਬਣਾਉਣਾ ਹੈ, ਉਹਦੇ ਨਾਲ ਪਿਆਰ ਨਾਲ ਗੱਲ ਕਰਨੀ ਪੈਂਦੀ ਹੈ, ਤੇ ਉਹ ਪਰਮਾਤਮਾ ਤੇ ਬਹੁਤ ਬੇਅੰਤ ਹੈ, ਅਤੇ ਸਾਨੂੰ ਇਹ ਗੁਣ ਧਾਰਨ ਕਰਨੇ ਹੀ ਪੈਣੇ ਹੈ ਉਸ ਪਰਮਾਤਮਾ ਨੂੰ ਮਿਲਣ ਵਾਸਤੇ। ਅਡੋਲਤਾ ਨਾਲ, ਸੰਤੋਖ ਨਾਲ, ਮਿੱਠੇ ਬੋਲ ਕੇ ਅਸੀਂ ਪਰਮਾਤਮਾ ਨੂੰ ਅਸੀਂ ਸ਼ਿੰਗਾਰਿਆ ਹੈ, ਤਾਂ ਉਹ ਪਰਮਾਤਮਾ ਸਾਨੂੰ ਮਿਲਿਆ। ਪੀਰ ਰਸਾਲੂ ਤਾਂ ਮਿਲੇ, ਉਹ ਪਰਮਾਤਮਾ ਸਾਨੂੰ ਤਾਂ ਹੀ ਮਿਲੇਗਾ, ਉਹ ਵਾਹਿਗੁਰੂ ਸਾਨੂੰ ਤਾਂ ਹੀ ਮਿਲੇਗਾ। ਪੀਰ ਰਸਾਲੂ ਤਾਂ ਮਿਲੇ ਜਾਂ ਗੁਰ ਕਾ ਸ਼ਬਦ ਸੁਣੀ। ਉਹ ਤਾਂ ਹੀ ਮਿਲਦਾ ਹੈ ਪਰਮਾਤਮਾ, ਉਹ ਆਨੰਦਿਤ ਦਾਤਾ ਹੈ। ਪ੍ਰਭੂ ਪਤੀ ਪਰਮਾਤਮਾ ਸਾਨੂੰ ਉਦੋਂ ਹੀ ਮਿਲਦਾ ਜਦੋਂ ਅਸੀਂ ਉਹਦੇ ਉਪਦੇਸ਼ ਨੂੰ, ਉਹਦੇ ਗੁਣਾਂ ਨੂੰ
ਬੜੇ ਧਿਆਨ ਨਾਲ ਸੁਣਾਂਗੇ, ਉਹਦੇ ਨਾਲ ਉਹਨਾਂ ਨੂੰ ਸੁਣਿਆ ਜਾਏਗਾ ਤੇ ਸੰਤੋਖ ਨਾਲ ਮਿੱਠਾ ਬੋਲ ਕੇ ਇਹਨਾਂ ਗੁਣਾਂ ਨੂੰ ਧਾਰਨ ਕਰਾਂਗੇ ਤੇ ਪਰਮਾਤਮਾ ਸਾਡੇ ਅੰਦਰ ਆਪ ਹੀ ਆ ਕੇ ਵਸ ਜਾਂਦਾ ਹੈ। ਕੇਤਿਆਂ ਤੇਰੀ ਕੁਦਰਤੀ, ਕੇਵੜ ਤੇਰੀ ਦਾਤ। ਉਹ ਪਰਮਾਤਮਾ ਦੀਆਂ ਬੇਅੰਤ ਬੇਅੰਤ ਤਾਕਤਾਂ ਨੇ, ਉਹਦੇ ਵਿੱਚ ਉਸ ਤਾਕਤ ਦਾ ਅਸੀਂ ਅੰਤ ਨਹੀਂ ਪਾ ਸਕਦੇ। ਬੇਅੰਤ ਹੀ ਉਹਦੀਆਂ ਬਖਸ਼ਿਸ਼ਾਂ ਨੇ, ਬਖਸ਼ਿਸ਼ਾਂ ਵੀ ਬਹੁਤ ਨੇ ਉਹਦੇ ਵਿੱਚ। ਬਿਆਨ ਤੇ ਕੇਤਿਆਂ ਤੇਰੀ ਕੁਦਰਤੀ, ਕੇਵੜ ਤੇਰੀ ਦਾਤ, ਕੇਤੇ ਤੇਰੇ ਜੀ ਜੰਤ। ਬੇਅੰਤ ਜੀਵ ਨੇ ਜੋ ਦਿਨ ਰਾਤ ਤੇਰੀ ਸਿਫਤ ਕਰਦੇ ਨੇ। ਸਾਰੀ ਸ੍ਰਿਸ਼ਟੀ ਉਸ ਪਰਮਾਤਮਾ ਦਾ ਗੁਣਗਾਨ ਕਰਦੀ ਹੈ। ਬੇਅੰਤ ਜੀਵ ਨੇ ਜਿਹੜੇ ਉਸ ਪਰਮਾਤਮਾ ਦੀ ਸਿਫਤ ਕਰਦੇ ਨੇ, ਦਿਨ ਰਾਤ ਉਹ ਤੈਨੂੰ ਆਰਾਧਦੇ ਨੇ। ਕੇਤੇ ਤੇਰੇ ਜੀ ਜਨ ਸਿਫਤ ਕਰੇ ਦਿਨ ਰਾਤ, ਕੇਤੇ ਤੇਰੇ ਰੂਪ ਰੰਗ। ਤੇਰੇ ਰੂਪ ਵੀ ਉਹਦੇ ਕਿੰਨੇ ਨੇ ਪਰਮਾਤਮਾ ਦੇ। ਕੇਤੇ ਜਾਤ ਅਜਾਤ, ਭਿੰਨ ਭਿੰਨ ਜਾਤੀਆਂ ਦੇ, ਭਿੰਨ ਭਿੰਨ ਤਰ੍ਹਾਂ ਦੀ ਦੁਨੀਆ ਨੇ, ਨਵੀਆਂ ਨਵੀਆਂ ਜਾਤੀਆਂ ਦੇ ਲੋਕ ਨੇ ਸਾਰੇ। ਸਭ ਜੋ ਚੈਨ ਤੇਰਾ ਗੁਣਗਾਨ ਕਰਦੇ हैं। ਸੱਚ ਮਿਲੇ ਸੱਚ ਉਪਜੈ, ਸੱਚ ਮਹਿ ਸਾਚ ਸਮਾਏ। ਫਿਰ ਪਰਮਾਤਮਾ ਸਾਨੂੰ ਸਮਝਾ ਰਹੇ ਨੇ, ਗੁਰੂ ਨਾਨਕ ਜੀ ਸਾਨੂੰ ਦੱਸ ਰਹੇ ਨੇ ਕਿ ਮਨੁੱਖ ਜੋ ਹੈ ਸਿਮਰਨ ਦੇ ਰਸਤੇ ਚੱਲ ਕੇ ਉਹ ਸਦਾ ਸਥਿਰ ਰਹਿਣ ਵਾਲੇ ਪਰਮਾਤਮਾ ਵਿੱਚ ਲੀਨ ਰਵੇ। ਉਸ ਪਰਮਾਤਮਾ ਨਾਲ ਦਿਨ ਰਾਤ ਜੁੜਿਆ ਰਵੇ। ਦਿਨ ਰਾਤੀ ਆਰਾਧੋ ਪਿਆਰੋ, ਨਿਮਕ ਨਾ ਕੀਜੈ ਢੀਲਾ। ਉਸ ਪਰਮਾਤਮਾ ਨੂੰ ਉਹ ਪਰਮਾਤਮਾ ਫਿਰ ਮਿਲ ਜਾਂਦਾ ਹੈ ਜਦੋਂ ਅਸੀਂ ਉਹਦੀ ਦਿਨ ਰਾਤ ਆਰਾਧਨਾ ਕਰਾਂਗੇ। ਫਿਰ ਸਥਿਰ ਬੈਠਾਂਗੇ ਉਸ ਪਰਮਾਤਮਾ ਦੀ ਵਿੱਚ ਲੀਨ ਹੋ ਕੇ, ਤਾਂ ਉਹ ਪਰਮਾਤਮਾ ਸਾਡੇ ਹਿਰਦੇ ਵਿੱਚ ਪ੍ਰਗਟ ਹੋ ਜਾਏਗਾ, ਸਾਡੇ ਹਿਰਦੇ ਵਿੱਚ ਵਸ ਜਾਏਗਾ। ਸੱਚ ਮਿਲੇ ਸੱਚ ਉਪਜੇ, ਸੱਚ ਮਾਏ ਸੱਚ ਸਮਾਏ। ਸੁਰਤ ਹੋਵੇ ਪਤ ਉਗਵੈ, ਗੁਰਬਚਨੀ ਪਾਓ ਖਾਏ। ਜਦੋਂ ਅਸੀਂ ਉਸ ਪਰਮਾਤਮਾ ਦੇ ਨਾਲ ਆਪਣੀ ਸੁਰਤੀ ਜੋੜਾਂਗੇ, ਉਸਦੇ ਚਰਨਾਂ 'ਚ ਧਿਆਨ ਧਰਾਂਗੇ ਪਰਮਾਤਮਾ ਦਾ, ਪ੍ਰਭੂ ਦੇ ਦਰ ਤੇ ਬੈਠ ਕੇ ਉਸਦਾ, ਤਾਂ ਸਾਨੂੰ ਕੀ ਹੈ, ਉਹ ਪਰਮਾਤਮਾ ਸਾਨੂੰ ਆਦਰ ਮਾਣ ਦਿੰਦਾ। ਉਹ ਪਰਮਾਤਮਾ ਤਦ ਪਰਮਾਤਮਾ ਤੋਂ ਸਾਨੂੰ ਆਦਰ ਮਾਣ ਵੀ ਪ੍ਰਾਪਤ ਹੁੰਦਾ ਹੈ। ਅਤੇ ਅਸੀਂ ਗੁਰਬਚਨੀ ਪਾਓ ਖਾਏ, ਤੇ ਅਸੀਂ ਗੁਰੂ ਦੇ ਬਚਨਾਂ ਨੂੰ, ਉਸ ਪਰਮਾਤਮਾ ਦੇ ਬਚਨਾਂ ਦਾ ਪਾਲਨ ਕਰੀਏ। ਗੁਰੂ ਚਰਨਾਂ ਦੇ, ਗੁਰੂ ਪਰਮਾਤਮਾ ਦੇ ਚਰਨ ਬਚਨਾਂ ਤੇ ਤੁਰ ਕੇ ਅਸੀਂ ਜੋ ਹੈ, ਸਾਨੂੰ ਸੰਸਾਰਿਕ ਭਉ ਹੈ, ਜਿਹੜਾ ਡਰ ਹੈ ਸਾਡਾ, ਉਹ ਵੀ ਖਤਮ ਹੋ ਜਾਂਦਾ ਹੈ। ਗੁਰਬਚਨੀ ਪਾਓ ਖਾਏ, ਜੋ ਗੁਰੂ ਦੇ ਬਚਨਾਂ ਨਾਲ ਉਹਨੂੰ ਸੁਣ ਕੇ ਉਹਦਾ ਪਾਓ, ਜਿਹੜਾ ਡਰ ਹੈ ਸਾਡਾ, ਉਹ ਖਤਮ ਹੋ ਜਾਂਦਾ ਹੈ। ਨਾਨਕ ਸੱਚਾ ਪਾਤਸ਼ਾਹ ਆਪੇ ਲਏ ਮਿਲਾਏ। ਉਹ ਪਰਮਾਤਮਾ ਬਹੁਤ ਬੇਅੰਤ ਹੈ, ਉੱਥੇ ਰਹਿਣ ਵਾਲਾ ਪ੍ਰਭੂ ਹੈ। ਉਹਦੇ ਗੁਣਾਂ ਦਾ ਤਾਂ ਅੰਤ ਪਾਇਆ ਹੀ ਨਹੀਂ ਜਾ ਸਕਦਾ। ਤੇ ਉਹ ਪਰਮਾਤਮਾ ਸੱਚਾ ਪਾਤਸ਼ਾਹ ਜੋ ਹੈ ਆਪਣੇ ਚਰਨਾਂ ਵਿੱਚ ਆਪ ਜੋੜ ਲੈਂਦਾ ਹੈ। ਜਦੋਂ ਉਸੀ ਪਰਮਾਤਮਾ ਦੀ ਅਸੀਂ ਭਗਤੀ ਕਰਦੇ ਹਾਂ, ਭਗਤੀ ਵਿੱਚ ਲੀਨ ਹੋ ਜਾਂਦੇ ਹਾਂ, ਤਾਂ ਪਰਮਾਤਮਾ ਆਪੇ ਸੱਚੇ ਪਾਤਸ਼ਾਹ ਆਪਣੇ ਭਗਤਾਂ ਨੂੰ ਆ ਕੇ ਮਿਲਦਾ ਹੈ ਤੇ ਭਗਤਾਂ ਦੇ ਕਾਰਜ ਸਵਾਰਦਾ ਹੈ। ਪਰ ਸਾਨੂੰ ਮਤਲਬ ਪਰਮਾਤਮਾ ਨਾਲ ਜੁੜਨ ਵਾਸਤੇ ਹੋਰ ਕੀ ਕਰਨਾ ਪੈਣਾ ਹੈ? ਪਰਮਾਤਮਾ ਦੇ ਗੁਣ ਧਾਰਨ ਕਰਨੇ ਪੈਣੇ ਹੈ। ਮਤ ਹੁੰਦੀ ਹੋਏ ਆਣਾ, ਤਾਨ ਹੁੰਦੇ ਹੋਏ ਨਿਆਣਾ। ਸਾਨੂੰ ਜਿੰਨੀ ਮਰਜ਼ੀ ਸਾਡੇ 'ਚ ਬੁੱਧੀ ਹੋਵੇ, ਜਿੰਨੀ ਮਰਜ਼ੀ ਮੱਤ ਹੋਵੇ, ਲੇਕਿਨ ਅਸੀਂ ਤਾਂ ਵੀ ਨਿਆਣਾ ਹੋ ਕੇ, ਬੇਸਮਝ ਹੋ ਕੇ, ਅਣਜਾਣ ਹੋ ਕੇ ਸਾਨੂੰ ਵਿਚਰਨਾ ਪੈਣਾ ਹੈ। ਚਾਹੇ ਸਾਡੇ ਕੋਲ ਜਿੰਨੀ ਮਰਜ਼ੀ ਪਤਾ, ਆਪਣੀ ਸਿਆਣਪ ਅਸੀਂ ਇਸਤੇਮਾਲ ਨਹੀਂ ਕਰ ਸਕਦੇ। ਜਿੱਥੇ ਅਸੀਂ ਆਪਣੀ ਸਿਆਣਪ ਇਸਤੇਮਾਲ ਕੀਤੀ, ਉੱਥੇ ਸਾਨੂੰ ਠੋਕਰਾਂ ਹੀ ਪੈਣਗੀਆਂ।
परमात्मा साडे ते मेहर करे, सतगुर दया हम अंधले अंध बिखे बिखराती, क्यों चाले गुर चाली। सतगुर दया करे सुख दाता हम लावे आपन पाली। ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ, ਸੱਚੇ ਪਾਤਸ਼ਾਹ ਸਾਡੇ ਤੇ ਮਿਹਰ ਕਰ। ਅਸੀਂ ਜੀਵ ਜੋ ਹਾਂ ਮਾਇਆ ਦੇ ਮੂਹ ਚ ਫਸੇ ਬੈਠੇ ਹਾਂ, ਅੰਨੇ ਹੋਏ ਹਾਂ, ਪਿਆਰ ਵਿੱਚ ਪਰਿਵਾਰ ਵਿੱਚ ਐਸੇ ਖਚਤ ਹੋਏ ਬੈਠੇ ਹਾਂ ਕਿ ਅਸੀਂ ਪ੍ਰਮਾਤਮਾ ਦੀ ਸੁੱਧ ਬੁੱਧੀ ਭੁੱਲ ਜਾਂਦੇ ਹਾਂ। ਅਸੀਂ ਤਾਂ ਜਿਹੜੇ ਦੁਨੀਆ ਦੇ ਪਦਾਰਥ ਨੇ, ਉਹ ਚਾਹੇ ਉਹ ਸਾਡੇ ਵਾਸਤੇ ਜ਼ਹਿਰ ਨੇ, ਲੇਕਿਨ ਅਸੀਂ ਉਹਦੇ ਵਿੱਚ ਹੀ ਮਗਨ ਹੁੰਦੇ ਹਾਂ। ਜਿਵੇਂ ਜਿਵੇਂ ਜੋ ਨਸ਼ਾ ਕਰਨ ਵਾਲਾ ਹੁੰਦਾ, ਜਿਵੇਂ ਤੰਬਾਕੂ ਤੇ ਪੁੜੀਆਂ ਜਿਹੀਆਂ ਦਿੰਦੇ ਆ, ਉਹਨਾਂ ਤੇ ਲਿਖਿਆ ਹੁੰਦਾ ਹੈ, ਇਹ ਸਿਹਤ ਲਈ ਨੁਕਸਾਨ ਹੈ, ਲੇਕਿਨ ਖਾਂਦੇ ਆ। ਇਹਦੇ ਨਾਲ ਕੈਂਸਰ ਹੁੰਦਾ, ਤਾਂ ਵੀ ਉਹ ਬੇਪਰਵਾਹ ਹੋ ਕੇ ਖਾਂਦੇ। कल ਇੱਥੇ ਸਾਡੀ दुकान पे कोई कुछ खरीदने आया है तम्बाकू जी, मैं कहा ये खाने से आपको क्या होता है, क्यों खाते हो आप? तो कहता जी खाते हैं कुछ नहीं होता, जैसे पोल्यूशन भी है, पोल्यूशन भी तो हो रहा है इतना, उसमें भी तो हम रह रहे हैं, इसको खा के भी हम जी लेंगे। ਕਹਿਣ ਦਾ ਭਾਵ ਹੈ ਕਿ ਜਿਹੜਾ ਬੰਦਾ ਜਿਹੜੇ ਨਸ਼ੇ 'ਚ ਵੜ ਜਾਏ, ਉਹ 'ਚੋਂ ਕਦੇ ਵੀ ਨਿਕਲ ਨਹੀਂ ਸਕਦਾ। ਉਹਦੀ ਸੋਚਣੀ, ਉਹਦੀ ਬੁੱਧੀ ਪਰਮਾਤਮਾ ਉਹੋ ਜਿਹੀ ਉਹਨੂੰ ਬਖਸ਼ ਦਿੰਦਾ ਹੈ। ਤੇ ਹਮ ਅੰਧਲੇ ਅੰਧ ਬਿਖੇ ਬਿਖਰਾਤੀ, ਕਿਉਂ ਚਾਲੇ ਗੁਰ ਚਾਲੀ। ਅਸੀਂ ਤੇ ਇੰਨੇ ਖਚਤ ਹੋਏ ਪਏ ਹਾਂ ਉਸ ਜੀਵਨ ਸੰਸਾਰਿਕ ਪਦਾਰਥਾਂ ਕੇ, ਤੇ ਅਸੀਂ ਗੁਰੂ ਦੇ ਦੱਸੇ ਹੋਏ ਮਾਰਗ ਤੇ ਉਹਦੇ ਰਾਹ ਉੱਤੇ ਕਿਵੇਂ ਤੁਰ ਸਕਦੇ ਹਾਂ, ਕਿਵੇਂ ਤੁਰਾਂਗੇ। ਫਿਰ ਪਰਮਾਤਮਾ ਜੀ ਸਾਨੂੰ ਇਹਦਾ ਜਵਾਬ ਵੀ ਦਿੰਦੇ ਆ ਕਿਵੇਂ ਤੁਰਨਾ ਹੈ। ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਨ ਪਾਲੀ। हे परमात्मा ਸਾਡੇ ਤੇ ਮਿਹਰ ਕਰੇ, ਸੱਚੇ ਪਾਤਸ਼ਾਹ ਜੀ ਸਾਡੇ ਤੇ ਬਖਸ਼ਿਸ਼ ਕਰੇ, ਤਾਂ ਹੀ ਅਸੀਂ ਪਰਮਾਤਮਾ ਦੇ ਲੜ ਵਿੱਚ ਲੱਗ ਸਕਦੇ, ਉਹਦੇ ਲੜ ਲੱਗ ਸਕਦੇ ਹਾਂ। ਸੁੱਖਾਂ ਨੂੰ ਦੇਣ ਵਾਲਾ ਉਹ ਪਰਮਾਤਮਾ ਆਪ ਹੀ ਹੈ, ਉਹਦੀ ਮਿਹਰ ਹੋਏਗੀ। ਨਦਰ ਕਰੇ ਤਾਂ ਸਿਮਰਿਆ ਜਾਏ। ਜੇ ਉਹ ਪਰਮਾਤਮਾ ਦੀ ਸਾਡੇ ਤੇ ਨਜ਼ਰ ਪਏਗੀ, ਮਿਹਰ ਹੋਏਗੀ, ਤਾਂ ਹੀ ਅਸੀਂ ਉਸ ਪਰਮਾਤਮਾ ਦੇ ਲੜ ਲੱਗ ਸਕਦੇ ਹਾਂ, ਉਹਦੀ ਭਗਤੀ ਕਰ ਸਕਦੇ ਹਾਂ। ਗੁਰਸਿੱਖ ਮੀਤ ਚਲੋ ਗੁਰ ਚਾਲੀ। ਪਰਮਾਤਮਾ ਜੀ ਸਾਨੂੰ ਸਮਝਾ ਰਿਹਾ ਹੈ, ਵਾਹਿਗੁਰੂ ਦੱਸ ਰਿਹਾ ਹੈ, ਗੁਰੂ ਦੇ ਦੱਸੇ ਹੋਏ ਰਾਹ ਉੱਤੇ ਸਾਨੂੰ ਅਸੀਂ ਤੁਰਨਾ ਹੈ। ਜੇ ਅਸੀਂ ਗੁਰੂ ਦੇ ਤੁਰਾਂਗੇ ਤਾਂ ਹੀ ਜੋ ਸਾਡੇ ਤੇ ਮਿਹਰ ਕਰੇਗੀ। ਮਿਹਰ ਹੋ ਜਾਏ ਪਰਮਾਤਮਾ ਦੀ, ਇਸ ਲਈ ਸਾਨੂੰ ਕੀ ਕਰਨਾ ਹੈ, ਦਿਨ ਰਾਤ ਅਸੀਂ ਪਰਮਾਤਮਾ ਦੇ ਅੱਗੇ ਅਰਦਾਸ ਕਰਨੀ ਹੈ, ਜੋਦੜੀ ਕਰਨੀ ਹੈ, ਪਰਮਾਤਮਾ ਸਾਨੂੰ ਬਖਸ਼ ਲੈ, ਪਿਛਲੇ ਔਗਣ ਬਖਸ਼ ਲਓ, ਪ੍ਰਭ ਆਗੇ ਮਾਰਗ ਪਾਵੇ, ਸੱਚੇ ਪਾਤਸ਼ਾਹ ਜੀ। ਬਿਰਥੀ ਕਦੇ ਨਾ ਹੋਈ ਜਨ ਕੀ ਅਰਦਾਸ। ਜਦੋਂ ਅਸੀਂ ਅਰਦਾਸਾਂ ਕਰਾਂਗੇ, ਰੋਜ਼ ਰੋਜ਼ ਉਸ ਪਰਮਾਤਮਾ ਦੇ ਅੱਗੇ ਬੇਨਤੀਆਂ ਜੋਦੜੀਆਂ ਕਰਦੇ ਰਹਾਂਗੇ, ਪਰਮਾਤਮਾ ਜ਼ਰੂਰ ਸਾਡੀ ਅਰਦਾਸ ਸੁਣੇਗਾ, ਜ਼ਰੂਰ ਸਾਡੇ ਤੇ ਮਿਹਰ ਹੋ ਜਾਏਗੀ ਉਸ ਪਰਮਾਤਮਾ ਦੀ। ਗੁਰਸਿੱਖ ਮੀਤ ਚਲੋ ਗੁਰ ਚਾਲੀ। ਅਸੀਂ ਤਾਂ ਹੀ ਉਸ ਪਰਮਾਤਮਾ ਦੇ ਦੱਸੇ ਹੋਏ ਰਾਹ ਤੇ ਚੱਲ ਸਕਦੇ ਹਾਂ। ਕਿਵੇਂ? ਜੋ ਗੁਰ ਕਹੇ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ। ਜੋ ਸਾਨੂੰ ਪਰਮਾਤਮਾ ਕਹਿੰਦਾ ਹੈ, ਜੋ ਪਰਮਾਤਮਾ ਸਾਨੂੰ ਬਾਣੀ ਵਿੱਚ ਉਪਦੇਸ਼ ਦੇ ਰਿਹਾ, ਪਰਮਾਤਮਾ ਆਪ ਚੱਲ ਕੇ ਨਹੀਂ ਆਉਣਾ, ਸਾਨੂੰ ਉਪਦੇਸ਼ ਬਾਣੀ ਨੇ ਇੰਨੀ ਵੱਡੀ ਬਾਣੀ ਖਜ਼ਾਨਾ ਸਾਨੂੰ ਦਿੱਤਾ ਹੈ, ਬਾਣੀ ਰਚੀ ਹੈ, ਬਾਣੀ ਵਿੱਚ ਪਰਮਾਤਮਾ ਜੀ ਸਾਨੂੰ ਸਮਝਾ ਰਹੇ। ਅਸੀਂ ਉਹਦੇ ਗੁਰੂ ਦੇ ਲੜ ਲੱਗੀਏ, ਉਹਦੇ ਕੋਲ ਬੈਠੀਏ, ਪਰਮਾਤਮਾ ਸਾਨੂੰ ਆਪੇ ਸੋਝੀ ਦਿੰਦੇ ਆ। ਜੋ ਗੁਰ ਕਹੇ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ। ਜੋ ਪਰਮਾਤਮਾ ਸਾਨੂੰ ਕਹੇ, ਜੋ ਪਰਮਾਤਮਾ ਸਾਨੂੰ ਉਪਦੇਸ਼ ਦਿੰਦੇ ਹਨ, ਸਾਨੂੰ ਉਸ ਉਪਦੇਸ਼ ਤੇ ਚੱਲਣਾ ਚਾਹੀਦਾ ਹੈ, ਉਸ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਜੋ ਗੁਰੂ ਕਹਿੰਦਾ ਹੈ ਉਹਨੂੰ ਅਸੀਂ ਭਲਾ ਕਰਕੇ ਮੰਨੀਏ, ਪਰਮਾਤਮਾ ਦਾ ਹੁਕਮ ਭਲਾ ਕਰਕੇ ਮੰਨੀਏ, ਬਈ ਸਾਡੀ ਭਲਾਈ ਹੀ ਹੈ ਇਹਦੇ ਵਿੱਚ ਜੋ ਪਰਮਾਤਮਾ ਕਹਿ ਰਿਹਾ ਹੈ। ਉਹਦੀ ਪਰਮਾਤਮਾ ਦੀ ਸਿਫਤ ਸਲਾਹ ਬਹੁਤ ਹੀ ਅਨੋਖੀ ਹੈ। ਉਹਦੀ ਸਿਫਤ ਸਲਾਹ ਕਰਨ ਨਾਲ ਸਾਡਾ ਜੀਵਨ ਹੀ ਬਦਲ ਜਾਂਦਾ ਹੈ। ਪਰਮਾਤਮਾ ਦੀ ਇੰਨੀ ਬਖਸ਼ਿਸ਼ ਹੈ। ਹਰ ਕੇ ਸੰਤ ਸੁਨੋ ਜਨ ਭਾਈ, ਗੁਰਸੇਵੋ ਬੇਗ ਬੇਲਾਲੀ। ਪਰਮਾਤਮਾ ਦੇ ਭਗਤਾਂ ਨੂੰ ਪਰਮਾਤਮਾ ਜੀ ਸਮਝਾ ਰਹੇ ਨੇ ਕਿ ਤੁਸੀਂ ਪਰਮਾਤਮਾ ਦੀ ਸ਼ਰਨ ਵਿੱਚ ਪੈ ਕੇ ਹੀ ਉਸ ਪਰਮਾਤਮਾ ਦੇ ਲੜ ਲੱਗ ਸਕਦੇ ਆ। ਹਰ ਕੇ ਸੰਤ ਸੁਣੋ, ਹਰੇ ਪਰਮਾਤਮਾ ਦੇ ਭਗਤ ਜਨੋ ਸੁਣੋ,
ਗੁਰਸੇਵੋ ਬੇਗ ਬੇਗਾਲੀ, ਤੁਸੀਂ ਛੇਤੀ ਜਲਦੀ, ਜਿੰਨੀ ਜਲਦੀ ਹੋ ਸਕਦੇ ਆ, ਜਿੰਨੀ ਜਲਦੀ ਉਸ ਸ਼ਰਨ ਗੁਰੂ ਦੀ ਸ਼ਰਨ ਪੈ ਜਾਓ। ਜਦੋਂ ਅਸੀਂ ਸ਼ਰਨ ਪਾਵਾਂਗੇ, ਫਿਰ ਪਰਮਾਤਮਾ ਕਹਿੰਦਾ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਜਦੋਂ ਅਸੀਂ ਗੁਰੂ ਦੀ ਭਗਤੀ ਵੱਲ ਇੱਕ ਕਦਮ ਵੀ ਅੱਗੇ ਵਧਾਂਗੇ, ਉਹ ਪਰਮਾਤਮਾ ਸਾਨੂੰ ਕਰੋੜਾਂ ਕਦਮ ਚੱਲ ਕੇ ਆਪਣੇ ਵਿੱਚ ਉਹ ਲੀਨ ਕਰੇਗਾ। ਸਤਿਗੁਰ ਸੇਵ ਖਰਚ ਹੱਦ ਬੰਦੋ ਮਤ ਜਾਨੋ ਆਜ ਕੇ ਕਾਲੀ। ਗੁਰੂ ਦੀ ਸ਼ਰਨ ਪੈ ਕੇ ਅਸੀਂ ਆਪਣੇ ਪੱਲੇ ਜਿਹੜਾ ਮਰਨ ਤੋਂ ਬਾਅਦ ਸਾਡਾ ਸਫ਼ਰ ਹੈ, ਉਹ ਵੀ ਤੇ ਅਸੀਂ ਤੈਅ ਕਰਨਾ। ਉਹਦੇ ਵਾਸਤੇ ਸਾਨੂੰ ਰਸਤੇ 'ਚ ਖਰਚਾ ਪਾਣੀ ਵੀ ਚਾਹੀਦਾ ਹੈ। ਤੇ ਉਹ ਕਹਿੰਦੇ ਆਪਣੇ ਪੱਲੇ ਖਰਚਾ ਪਾਣੀ ਬੰਨ੍ਹਣ ਵਾਸਤੇ ਤੁਸੀਂ ਪਰਮਾਤਮਾ ਦੇ ਜੀਵਨ, ਪਰਮਾਤਮਾ ਦੀ ਵਿੱਚ ਸੁਰਤੀ ਜੋੜ ਕੇ ਪਰਮਾਤਮਾ ਦਾ ਨਾਮ ਜਪੀਏ। ਜਿੰਨਾ ਅਸੀਂ ਨਾਮ ਜਪਾਂਗੇ, ਓਨਾ ਹੀ ਖਜ਼ਾਨਾ ਸਾਡੇ ਕੋਲ ਵਾਧੂ ਹੋਏਗਾ। ਪਰਮਾਤਮਾ ਦੇ ਨਾਮ ਦੀ ਜੋ ਹੈ ਅਸੀਂ ਖਰਚਾ ਉਹ ਪੱਲੇ ਬੰਨ੍ਹ ਲੈਣਾ ਹੈ। ਇਹ ਨਹੀਂ ਸਾਨੂੰ ਸਮਝਣਾ ਚਾਹੀਦਾ। ਇਹ ਨਾ ਸਮਝਿਓ ਕਿ ਅੱਜ ਕਰ ਲਵਾਂਗੇ, ਕੱਲ੍ਹ ਕਰ ਲਵਾਂਗੇ, ਭਲਕੇ ਕਰ ਲਵਾਂਗੇ। ਉਹ ਤੇ ਪਤਾ ਹੀ ਨਹੀਂ ਅਗਲਾ ਸਾਹ ਆਉਣਾ ਵੀ ਹੈ ਕਿ ਨਹੀਂ ਆਉਣਾ। ਇਸ ਲਈ ਸਾਨੂੰ ਜਲਦੀ, ਜਿੰਨੀ ਜਲਦੀ ਪਰਮਾਤਮਾ ਦੇ 'ਚ ਲੜ ਲੱਗ ਸਕਦੇ ਹਾਂ, ਸਾਨੂੰ ਲੜ ਲੱਗਣਾ ਚਾਹੀਦਾ ਹੈ। ਬਾਕੀ ਦੇ ਸਾਰੇ ਧੰਦੇ ਵਿਅਰਥ ਨੇ, ਇਹ ਸਾਡੇ ਕਿਸੇ ਕੰਮ ਨਹੀਂ ਆਉਣੇ। ਅਵਰ ਜੇ ਕਰਮ ਕਮਾਉਨੋ ਤਿੰਨ ਮੈਂ ਪਹੁ ਹੈ ਜਾਮ। ਜਿੰਨੇ ਵੀ ਅਸੀਂ ਕਰਮ ਕਰਾਂਗੇ ਪਰਮਾਤਮਾ ਦੇ ਨਾਮ 'ਚ, ਉਹਦੇ ਵਿੱਚ ਜਮਾ ਨੇ ਸਾਨੂੰ ਮਾਰ ਪੈਣੀ ਹੈ। ਭਉ ਹੈ, ਉਹਦਾ ਡਰ ਹੈ ਜਮਾ ਦਾ, ਉਹਨਾਂ ਉਸ ਰਸਤੇ ਤੇ ਚੱਲ ਕੇ। ਅਵਰ ਜੇ ਕਰਮ ਕਮਾ, ਪਰਮਾਤਮਾ ਦੇ ਨਾਮ ਦਾ ਜਿੰਨੇ ਵੀ ਅਸੀਂ ਕੰਮ ਕਰਮ ਕਰਾਂਗੇ, ਸਾਰੇ ਹੀ ਉਹ ਜਮਾ ਦੇ ਵਸ ਪਾਵਾਂਗੇ, ਉਹਨਾਂ ਨੂੰ ਕਰਮਾਂ ਨੂੰ ਕਰਕੇ ਅਸੀਂ। ਹਰ ਕੇ ਸੰਤ ਜਪੋ ਹਰ ਜਪਨਾ, ਹਰ ਸੰਤ ਚਲੇ ਹਰ ਨਾਲੀ। ਜੋ ਪਰਮਾਤਮਾ ਦੇ ਸੰਤ ਜਨ, ਭਗਤ ਜਨ ਹਨ, ਪਰਮਾਤਮਾ ਦੇ ਨਾਮ ਦਾ ਜਾਪ ਕਰਦਿਆਂ, ਨਾਮ ਜਪਣਾ ਚਾਹੀਦਾ ਸਾਨੂੰ ਉਸ ਪਰਮਾਤਮਾ ਦਾ। ਉਹਦਾ ਨਾਮ ਜਪੀਏ ਆਪਾਂ ਰਲ ਮਿਲ ਕੇ ਸਾਰੇ। ਵਾਹਿਗੁਰੂ 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 ਜਪ ਕੇ ਹੀ ਸਾਡਾ ਪਾਰ ਉਤਾਰਾ ਹੈ। ਸੰਸਾਰ ਰੂਪੀ ਭਉਜਲ ਹੈ, ਇਹਨੂੰ ਅਸੀਂ ਪਾਰ ਕਰ ਸਕਾਂਗੇ। ਇਸ ਪਰਮਾਤਮਾ ਦੇ ਜਾਪ ਦੀ ਬਰਕਤ ਨਾਲ ਹੀ ਸਾਡਾ ਪਾਰ ਉਤਾਰਾ ਹੋਣਾ ਹੈ। ਹਰੀ ਦਾ ਜੋ ਪਰਮਾਤਮਾ ਦੇ ਸੰਤ ਹਨ, ਹਰੀ ਦੇ ਭਗਤ ਹਨ, ਉਹ ਹਮੇਸ਼ਾ ਉਸ ਪਰਮਾਤਮਾ ਦੀ ਰਜ਼ਾ ਵਿੱਚ ਫਿਰ ਤੁਰਨ ਲੱਗ ਜਾਂਦੇ ਆ, ਜਦੋਂ ਉਹਦੀ ਮਿਹਰ ਹੋ ਜਾਵੇ। ਹਰ ਕੇ ਸੰਤ ਜਪੋ ਜਪਨਾ, ਜਪਨਾ ਹਰ ਸੰਤ ਚਲੇ ਹਰ ਨਾਲੀ। ਫਿਰ ਉਹ ਭਗਤ ਜਨ ਹਨ, ਪਰਮਾਤਮਾ ਦੇ ਹੁਕਮ ਦੇ ਅਨੁਸਾਰ ਉਹਦੀ ਰਜ਼ਾ ਵਿੱਚ ਰਹਿ ਕੇ ਚਲਦੇ ਨੇ। ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਲਾਲੀ। ਜਿਹੜੇ ਭਗਤ ਜਨ ਪਰਮਾਤਮਾ ਦਾ ਨਾਮ ਜਪਦੇ ਨੇ, ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕੰਮ। ਉਸ ਪਰਮਾਤਮਾ ਦਾ ਨਾਮ ਜਪਦੇ ਹਨ, ਪਰਮਾਤਮਾ ਉਹਨਾਂ ਨੂੰ ਆਪਣਾ ਰੂਪ ਹੀ ਬਣਾ ਲੈਂਦਾ ਹੈ, ਆਪਣਾ ਰੂਪ ਹੀ ਦੇ ਦਿੰਦਾ ਹੈ। ਉਹ ਪਰਮਾਤਮਾ ਦਾ ਰੂਪ ਹੋ ਜਾਂਦੇ ਨੇ। ਜਿਨ੍ਹਾਂ ਹਰ ਜਪਿਆ ਸੇ ਹਰ ਹੋਏ, ਉਹ ਹਰੀ ਦਾ ਰੂਪ ਹੀ ਬਣ ਜਾਂਦੇ ਨੇ। ਹਰ ਮਿਲਿਆ ਕੇਲ ਕਲਾਲੀ। ਉਹ ਤਰ੍ਹਾਂ ਤਰ੍ਹਾਂ ਦੇ ਚੋਜ ਤਮਾਸ਼ੇ ਕਰਕੇ, ਰੰਗ ਤਮਾਸ਼ੇ ਦਿਖਾ ਕੇ ਸਾਨੂੰ ਪਰਮਾਤਮਾ ਚੋਜੀ ਮੇਰੇ ਪ੍ਰੀਤਮਾ, ਚੋਜੀ ਮੇਰੇ ਪਿਆਰਿਆ, ਚੋਜੀ ਮੇਰੇ ਗੋਵਿੰਦਾ, ਚੋਜੀ ਮੇਰੇ ਪਿਆਰਿਆ, ਹਰ ਪਲ ਮੇਰਾ ਚੋਜੀ ਜੀਓ। ਉਹ ਪਰਮਾਤਮਾ ਚੋਜ ਤਮਾਸ਼ੇ ਕਰਨ ਵਾਲਾ ਜੋ ਸਾਡਾ ਪਰਮਾਤਮਾ ਹੈ, ਵਾਹਿਗੁਰੂ ਹੈ, ਪ੍ਰਭੂ ਹੈ, ਉਹ ਫਿਰ ਆਪਣੇ ਭਗਤਾਂ ਨੂੰ ਆਪਣੇ ਵਿੱਚ ਮਿਲਾ ਲੈਂਦਾ, ਉਹਨਾਂ ਨੂੰ ਮਿਲ ਜਾਂਦਾ ਹੈ ਪਰਮਾਤਮਾ। ਹਰ ਹਰ ਜਪਨ ਜਪ ਲੋਚ ਲੁਚਾਨੀ, ਹਰ ਕਿਰਪਾ ਕਰ ਬਨਵਾਲੀ। ਹੇ ਬਨਵਾਰੀ ਪਰਮਾਤਮਾ, ਉਹ ਪ੍ਰਭੂ ਹੈ ਜਿਹੜਾ ਸਾਡਾ ਈਸ਼ਵਰ ਹੈ। ਮੈਨੂੰ ਉਹ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਨੀ ਹੈ, ਸੱਚੇ ਪਾਤਸ਼ਾਹ
ਮੈਨੂੰ ਤੇ ਤੇਰਾ ਨਾਮ ਜਪਣ ਦੀ ਬਹੁਤ ਤਾਂਘ ਲੱਗੀ ਹੈ। ਤੂੰ ਸਾਡੇ ਉੱਤੇ ਮਿਹਰ ਕਰ। ਹਰ ਹਰ ਜਪਨ ਜਪ ਲੋਚ ਲੋਚਾਨੀ। ਮੇਰੀ ਇੱਛਾ ਹੈ, ਮੇਰੀ ਤਮੰਨਾ ਹੈ, ਮੈਂ ਤੜਫਦੀ ਹਾਂ ਪ੍ਰਮਾਤਮਾ ਤੇਰੇ ਨਾਮ ਵਿੱਚ। ਸੱਚੇ ਪਾਤਸ਼ਾਹ ਸਾਨੂੰ ਆਪਣੇ ਲੜ ਲਾ ਲੈ ਦਾਤਾ ਜੀਓ। ਮਿਹਰ ਕਰੋ ਸਾਡੇ ਸਿਰ ਤੇ, ਬਖਸ਼ਿਸ਼ਾਂ ਭਰੇ ਹੱਥ ਰੱਖੋ ਦਾਤਾ ਜੀਓ, ਤਾਂ ਕਿ ਅਸੀਂ ਆਪ ਦਾ ਨਾਮ ਜਪ ਸਕੀਏ। ਸਾਰਾ ਪਰਿਵਾਰ ਸਾਡਾ ਜਿਹੜਾ ਭਾਵੇਂ ਵੀ ਰਾਜਕੁਮਾਰ ਜੀ ਦਾ ਸੱਚੇ ਪਾਤਸ਼ਾਹ ਜੀਓ, ਇਹ ਫੁਲਵਾੜੀ ਜਿਹੜੀ ਉਹ ਸਜਾ ਕੇ ਗਏ ਨੇ ਸੱਚੇ ਪਾਤਸ਼ਾਹ ਜੀਓ, ਪ੍ਰਮਾਤਮਾ ਇੱਕ ਇੱਕ ਫੁਲਵਾੜੀ ਦੇ ਫੁੱਲ ਨੂੰ ਸੱਚੇ ਪਾਤਸ਼ਾਹ ਜੀਓ ਮਿਹਰ ਕਰਕੇ ਆਪਣੇ ਚਰਨਾਂ ਨਾਲ ਜੋੜਨ ਦਾਤਾ, ਔਰ ਤਾਂ ਕਿ ਅਸੀਂ ਵੀ ਸੱਚਖੰਡ ਦੇ ਵਾਸੀ ਬਣ ਸਕੀਏ। ਜਨ ਨਾਨਕ ਸੰਗਤ ਸਾਧ ਹਰ ਮੇਲੋ, ਹਮ ਸਾਧ ਜਨਾ ਪਗ ਰਾਲੀ। ਗੁਰੂ ਨਾਨਕ ਦੇਵ ਜੀ ਸਾਨੂੰ ਸਮਝਾ ਰਹੇ ਨੇ, ਕਹਿ ਰਹੇ ਹੈ ਕਿ ਸਾਧਾਂ ਦੀ ਸੰਗਤ ਵਿੱਚ ਮਿਲ ਕੇ, ਸਾਧਾਂ ਦੀ ਸੰਗਤ ਕਰਦੇ ਰਹੋ ਹਮੇਸ਼ਾ। ਜਦੋਂ ਉਹਦੇ ਵਿੱਚ ਅਸੀਂ ਸੰਗਤ ਵਿੱਚ ਜੁੜਾਂਗੇ ਤਾਂ ਅਸੀਂ ਉਹ ਪਰਮਾਤਮਾ ਦੇ ਚਰਨਾਂ ਦੀ ਸਾਨੂੰ ਧੂੜ ਮਿਲੇਗੀ। ਅਸੀਂ ਪਰਮਾਤਮਾ ਦੇ ਨਾਮ ਵਿੱਚ ਲੀਨ ਹੋਵਾਂਗੇ। ਸੱਚੇ ਪਾਤਸ਼ਾਹ ਸਾਡੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣ ਦਾਤਾ ਜੀ, ਸਾਨੂੰ ਉਹ ਪ੍ਰਮਾਤਮਾ ਇੱਕ ਛਿਣ ਵੀ ਨਾ ਵਿਸਰੇ। ਸੱਚਾ ਪਾਤਸ਼ਾਹ ਐਸੀ ਮਿਹਰ ਸਾਡੇ ਤੇ ਕਰੋ, ਕਿਉਂਕਿ ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾ ਵਿਆਪੈ, ਜਾਂ ਕੋਠ ਤੁਹਾਰੀ। ਜੇਕਰ ਅਸੀਂ ਉਸ ਪ੍ਰਮਾਤਮਾ ਨੂੰ ਭੁੱਲ ਜਾਵਾਂਗੇ, ਵਿਛੜ ਜਾਵਾਂਗੇ, ਤਾਂ ਅਸੀਂ ਖੁਆਰ ਹੁੰਦੇ ਫਿਰਾਂਗੇ, ਭਟਕ ਜਾਵਾਂਗੇ, ਮਾਇਆ ਮੋਹ ਚ ਦੇ ਚਿੱਕੜ ਵਿੱਚ ਐਸੇ ਫਸਾਂਗੇ ਕਿ ਅਸੀਂ ਬਾਹਰ ਨਹੀਂ ਨਿਕਲ ਸਕਦੇ। ਇਸ ਸਰੋੜੇ ਪਹਿਲੇ ਨਿਵਾਸਾ ਪਾਣੀ ਪਾਵਕ ਤਿਨੇ ਕੀਆ, ਪੰਕਜ ਮੋਹ ਪਗ ਨਹੀਂ ਚਾਲੇ, ਹਮ ਦੇਖਾਂ ਤਾਂ ਡੂਬੀ ਵਾਲੇ। ਫਿਰ ਵੀ ਸਾਡਾ ਮਨ ਨਹੀਂ ਸਮਝਦਾ। ਮਨ ਏਕ ਨਾ ਤੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆਰਾ। ਉਸ ਪਰਮਾਤਮਾ ਤੋਂ ਵਿਸਰ ਕੇ ਸਾਡੇ ਸਾਰੇ ਹੀ ਗੁਣ ਖਤਮ ਹੋ ਜਾਂਦੇ ਨੇ। ਤੇਰੇ ਗੁਣ ਜੋ ਹੈ ਸਾਰੇ ਗਲ ਜਾਂਦੇ, ਸਾਰੇ ਖਤਮ ਹੋ ਜਾਂਦੇ। ਪਰਮਾਤਮਾ ਬਖਸ਼ਿਸ਼ ਕਰ ਰਹੇ ਹੈ, ਇਸ ਲਈ ਉਸੇ ਪ੍ਰਮਾਤਮਾ ਤੋਂ ਨਾ ਵਿਛੜ ਸਕੀ। ਸੱਚੇ ਪਾਤਸ਼ਾਹ ਸਾਡੇ ਤੇ ਐਸੀ ਮਿਹਰ ਕਰਨੀ, ਸਾਡੇ ਤੇ ਬਖਸ਼ਿਸ਼ ਕਰੋ ਦਾਤਾ ਜੀ, ਸਾਨੂੰ ਆਪਣੇ ਲੜ ਲਾ ਲਓ ਦਾਤਾ, ਮਿਹਰ ਕਰ ਦੋ। ਅਸੀਂ ਕਲਯੁਗੀ ਜੀਵਾਂ, ਅਸੀਂ ਖਿਨ ਖਿਨ ਭੁੱਲਣ ਹਾਰਾਂ, ਉਹ ਪ੍ਰਮਾਤਮਾ ਸਾਡਾ ਸਾਨੂੰ ਬਖਸ਼ਣ ਹਾਰ ਹੈ। ਸੱਚੇ ਪਾਤਸ਼ਾਹ ਜੀਓ, ਹਰ ਬਿਨ ਜਿਉ ਨਾ ਰਹੇ ਕੈਸੇ ਰਾਖਾਂ ਮੇਰੀ ਮਾਈ। ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰੀ ਪਏ, ਪ੍ਰਮਾਤਮਾ ਅਸੀਂ ਤੇਰੇ ਬਿਨਾਂ ਨਹੀਂ ਰਹਿ ਸਕਦੇ। ਪ੍ਰਮਾਤਮਾ ਤੇਰੀ ਯਾਦ ਤੋਂ ਬਿਨਾਂ ਸਾਡੀ ਜ਼ਿੰਦਗੀ ਹੈ ਉਹ ਜਿੰਦਾ ਉਹ ਨਹੀਂ ਜੀ ਸਕਦੀ। ਸਿਮਰਨ ਤੋਂ ਬਿਨਾਂ ਸਾਨੂੰ ਹੋਰ ਤਰੀਕਾ ਕੋਈ ਸੁਝਦਾ ਹੀ ਨਹੀਂ। ਪ੍ਰਮਾਤਮਾ ਸਾਨੂੰ ਆਪਣੇ ਲੜ ਲਾ ਲਓ ਦਾਤਿਆ, ਸਾਡੇ ਤੇ ਮਿਹਰ ਕਰੋ, ਬਖਸ਼ਿਸ਼ ਕਰੋ। ਸੱਚੇ ਪਾਤਸ਼ਾਹ ਜੀਓ, ਤਾਂ ਕਿ ਇਹ ਜਿਹੜਾ ਮੈਨੂੰ ਮੇਰਾ ਮਨ ਤੜਫ ਰਿਹਾ ਹੈ ਤੇਰੀ ਯਾਦ ਵਿੱਚ। ਸੱਚੇ ਪਾਤਸ਼ਾਹ ਜੀਓ, ਇਹ ਤੜਫਣਾ ਮੇਰੀ ਖਤਮ ਹੋ ਜਾਏ। ਉਹ ਖਤਮ ਕਦੋਂ ਇਹ ਹੋਏਗੀ, ਜਦੋਂ ਅਸੀਂ ਪਰਮਾਤਮਾ ਦੇ ਲੜ ਲੱਗ ਜਾਵਾਂਗੇ। ਉਹ ਪਰਮਾਤਮਾ ਸਾਨੂੰ ਆਪਣੇ ਵਿੱਚ ਲੀਨ ਕਰੇਗਾ, ਤਾਂ ਹੀ ਅਸੀਂ ਪਰਮਾਤਮਾ ਦੇ ਨਾਲ ਜੁੜ ਸਕਦੇ ਹਾਂ, ਉਹਦੀ ਭਗਤੀ, ਉਹਦੀ ਬੰਦਗੀ ਕਰ ਸਕਦੇ ਹਾਂ। ਸੱਚੇ ਪਾਤਸ਼ਾਹ ਬਖਸ਼ਿਸ਼ ਕਰੋ। ਮੈਂ ਬੰਦਾ ਬੈਕਰੀ ਸੱਚ ਸਾਹਿਬ ਮੇਰਾ। ਸੱਚੇ ਪਾਤਸ਼ਾਹ बख्श लो अब की बार, बख्श बंदे को बहर ना पाव जल फेरा। मुए हुए जो मुक्त करोगे, मुक्त ना जाने कोई लाभ। परमात्मा सच्चे पातशाह जे मरण ਦੇ ਬਾਅਦ ਮੁਕਤੀ ਨੂੰ ਕੌਣ ਜਾਣੇਗਾ। ਦਾਤਾ ਜਿਉਂਦੇ ਜੀ ਸੱਚੇ ਪਾਤਸ਼ਾਹ ਸਾਨੂੰ ਸੋਝੀ ਬਖਸ਼ੋ, ਤਾਂ ਕਿ ਅਸੀਂ ਜਿਉਂਦੇ ਜੀ ਮਰ ਸਕੀਏ। ਸੱਚੇ ਪਾਤਸ਼ਾਹ, ਤਾਂ ਕਿ ਮਰਨ ਦੇ ਬਾਅਦ ਅਸੀਂ ਤੇਰੇ ਦਰ ਤੇ ਸਾਨੂੰ ਤੇਰੇ ਦਰ ਤੇ ਬੈਠਣ ਜੋਗੀ ਜਗ੍ਹਾ ਮਿਲ ਦਾਤਾ, ਐਸੀ ਬਖਸ਼ਿਸ਼ ਕਰੋ ਸਾਡੇ ਤੇ। ਸੱਚੇ ਪਾਤਸ਼ਾਹ ਅਸੀਂ ਖਿਨ ਖਿਲ ਭੁੱਲਣਹਾਰ ਦਾਤਿਆ, ਤੂੰ ਬਖਸ਼ਾਂ ਦੇ ਪਿਤਾ, ਬਖਸ਼ ਲੋ ਸਾਡੇ ਔਗੁਣਾਂ ਵੱਲ ਨਾ ਚਿਤਾਰੋ ਦਾਤਾ। ਜਿਸ ਪਰਿਵਾਰ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖਣਾ ਦਾਤਾ ਜੀਓ,
अंग संग सहाइयो ना सच्चे पातशाह जीओ। अपने भगतां दी परमात्मा तू जुगां जुगां तो रखदा है दाता। प्रहलाद जन भी तू रखे है, प्रहलाद जन हरनाकश भी तू मार पचाया दाता। अपने चरणों नाल जोड़ के इस मेहरा भरिया हथ रख दो सच्चे पातशाह जी। सानू बख्श दो असी खत्ते बहुत कमाम दे किछ अंत ना पारावार। हर कृपा करके बख्श लो हो पापी वड गुनहगार सच्चे पातशाह जी। हो पापी वड गुनहगार, हो पापी वड गुनहगार। वाहिगुरु 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 वाहिगुरु। बख्श लो सच्चे पातशाह, मेहर करो क्योंकि बाणी दा हुक्म है सच्चे पातशाह। जिस नाम हृदय सोई वड राजा। जो परमात्मा दा नाम साडे जिदे जी विच वसे होई राजियां दा राजा, होई परमात्मा। बख्शिश करे अपने विच नाल जोड़ ले, अपने गुण साडे विच पैदा हो जान सच्चे पातशाह परमात्मा तेरे गुणां दे। ਅਸੀਂ ਵੀ ਗਾਹਕ ਬਣ ਜਾਈਏ ਦਾਤਾ। ਸਾਨੂੰ ਬਖਸ਼ ਲਿਆਓ। ਸਾਰੀ ਸੰਗਤ ਰਲ ਕੇ ਅਰਦਾਸ ਕਰੀਏ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣਾ ਸੱਚੇ ਪਾਤਸ਼ਾਹ ਜੀਓ। ਸੰਗਤ ਬਖਸ਼ਣ ਯੋਗ ਹੈ ਸੱਚੇ ਪਾਤਸ਼ਾਹ ਜੀਓ। ਤੂੰ ਹੀ ਨਿਮਾਣਿਆਂ ਨੂੰ ਮਾਨ ਦਿਵਾਉਣ ਵਾਲਾ ਪਰਮਾਤਮਾ। ਤੂੰ ਹੀ ਬਖਸ਼ਿਸ਼ ਕਰਨ ਵਾਲਾ ਸੱਚੇ ਪਾਤਸ਼ਾਹ ਜੀਓ। ਲੇਖੇ ਕਤ ਨਾ ਛੁੱਟੇ ਖਿਨ ਖਿਨ ਭੁੱਲਣ ਹਾਰ। ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ ਸੱਚੇ ਪਾਤਸ਼ਾਹ ਜੀ। ਬਖਸ਼ਣਹਾਰ ਬਖਸ਼ ਲਓ ਨਾਨਕ ਪਾਰ ਉਤਾਰ। ਦਾਤਿਆ ਬਖਸ਼ ਲੈ ਪੂਰੇ ਪਰਿਵਾਰ ਦੇ, ਬਖਸ਼ਿਸ਼ ਕਰਕੇ ਮਿਹਰ ਕਰਦੇ ਸੱਚੇ ਪਾਤਸ਼ਾਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। बोले सो निहाल। सत श्री अकाल। वाहिगुरू जी का खालसा वाहिगुरू जी का खालसा, वाहिगुरू जी की